अकाल मूरत अजूनी सैभं गुर प्रसाद जप आद सच जुगाद सच है भी सच नानक होसी भी सच जेता समुंद सागर नीर भरिया तेते अवगण हमारे दया करो किछ मेर उपावहो डूब गए पत्थर तारे जियरा अग्न बराबर तपै पीतर वगै काती परनवत नानक हुक्म पछाड़ै सुख होवै दिन राती दुए कर जोड़ मांगो एक दाना साहिब तुठै पावां सास सास नानक आराधे आठ पहर गुण गावा सास सास नानक आराधे आठ पहर गुण गावा सतनाम धन आखे गुरु साहिब जियो मुंदा संतोख शर्म पत चोली ध्यान की करें विपूत खिंता काल कुआरी काया जुगत डंडा परतीत मुंदा संतोख शर्म पत चोली ध्यान की करहं विपूत खिंथा काल कुवारी काया जुगत डंडा परतीत आई पंक्ति सगल जमाती मन जीता जग जीत आदेश तिशय आदेश आद अनील अनाद अनाहत जोग जोग एको वेश आदेश तिशय आदेश आद अनील अनाद अनाहत जुग जुग एको वेश। वाहिगुरु जी का खालसा, वाहिगुरु जी की फतेह। परम
ਸਨਮਾਨਯੋਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠ ਕਰਕੇ ਹੁਣੇ ਹੀ ਗੁਰਮੁਖ ਪਿਆਰਿਆਂ ਦੇ ਪਾਸੋਂ ਖਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਬਖਸ਼ਿਸ਼ ਦੇ ਨਾਲ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਜਪਜੀ ਸਾਹਿਬ ਜੀ ਦੀ 28ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਕਰੋ ਕਿਰਪਾ ਸਤਿਗੁਰੂ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਨਾਲ ਆਪਾਂ ਕਰ ਸਕੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਮੇਰ ਕਿਰਪਾਲਤਾ ਕਰੋ, ਆਪ ਵਿੱਚ ਵਰਤ ਕੇ ਇਸ ਪਵਿੱਤਰ ਬਚਨ ਦੀ ਵਿਚਾਰ ਕਿਰਪਾ ਕਰਕੇ ਕਰਾ ਲਓ। ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੱਲ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਵਿੱਚ ਬਖਸ਼ਿਸ਼ ਕੀਤੀ ਸੀ ਕਿ ਉਹ ਪਰਿਪੂਰਨ ਪਰਮੇਸ਼ਵਰ, ਉਹ ਨਿਰੰਕਾਰ ਸੱਚ ਹੈ, ਉਹ ਸਭ ਦਾ ਮਾਲਕ ਹੈ, ਉਸ ਦੀ ਵਡਿਆਈ, ਉਹਦੀ ਸਿਫਤ ਵੀ ਸੱਚ ਹੈ। ਤੇ ਸਾਹਿਬ ਕਹਿੰਦੇ ਨੇ ਜੋ ਕੁਝ ਪਰਮੇਸ਼ਵਰ ਕਰਦਾ ਉਹਦੀ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰਨ ਵਿੱਚ ਹੀ ਸੁਖ ਹੈ। ਤੇ ਅੱਜ ਜਦੋਂ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕਿਰਪਾਲਤਾ ਰਹਿਮਤ ਕੀਤੀ ਤੇ ਦਾਤਾਰ ਜੀ ਨੇ 28 ਤੋਂ ਲੈ ਕੇ ਤੇ 31 ਪੌੜੀ ਤੱਕ ਸਾਹਿਬ ਨੇ ਉਸ ਵੇਲੇ ਦੇ ਜੋਗੀਆਂ ਨਾਲ ਖੋਈ ਚਰਚਾ ਨੂੰ ਗੁਰਮਤ ਦੇ ਉਪਦੇਸ਼ ਰਾਹੀਂ ਉਹਨਾਂ ਦੇ ਅੰਦਰ ਨੂੰ ਕਿਵੇਂ ਟਿਕਾਓ ਬਖਸ਼ੇ, ਹਜ਼ੂਰ ਨੇ ਇਹਨਾਂ ਪੌੜੀਆਂ ਵਿੱਚ ਬਖਸ਼ਿਸ਼ ਕੀਤੀ। ਆਰੰਭ ਵਿੱਚ ਅਰਜ਼ ਕਰਦੇ ਹਾਂ ਕਿ ਉਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ 3 ਮਨੁੱਖ ਜਿਹੜੇ ਨੇ ਉਹ ਆਪਣੇ ਆਪਣੇ ਧਰਮ ਦੇ ਆਗੂ ਮੰਨੇ ਗਏ ਸਨ। ਇਹਨਾਂ ਵਿੱਚੋਂ ਇਸਲਾਮ ਦੇ ਵਿੱਚ ਧਰਮ ਦੀ ਅਗਵਾਈ ਕਰਨ ਵਾਲੇ ਨੂੰ ਕਾਜ਼ੀ ਕਿਹਾ ਗਿਆ, ਹਿੰਦੂ ਮਤ ਦੀ, ਹਿੰਦੂ ਧਰਮ ਦੀ ਅਗਵਾਈ ਕਰਨ ਵਾਲੇ ਲਈ ਸ਼ਬਦ ਬ੍ਰਾਹਮਣ ਚੁਣਿਆ ਗਿਆ, ਤੇ ਤੀਸਰੇ ਉਹ ਸਨ ਜਿਨ੍ਹਾਂ ਨੇ ਘਰ-ਬਾਰ ਸਭ ਕੁਝ ਤਿਆਗ ਦਿੱਤਾ ਤੇ ਉਹਨਾਂ ਨੇ ਆਪਣੇ ਲਈ ਸ਼ਬਦ ਵਰਤਿਆ ਸੀ ਜੋਗੀ। ਤੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣ ਦੇ ਨਾਲ ਵੀ ਚਰਚਾ ਕੀਤੀ, ਸਤਿਗੁਰੂ ਜੀ ਦੀ ਕਾਜੀ ਦੇ ਨਾਲ ਵੀ ਚਰਚਾ ਹੋਈ, ਤੇ ਮੇਰੇ ਗੁਰੂ ਦੇਵ ਜੀ ਨੇ ਬਖਸ਼ਿਸ਼ ਕਿਰਪਾਲਤਾ ਕਰਕੇ ਜੋਗੀਆਂ ਨਾਲ ਵੀ ਚਰਚਾ ਕੀਤੀ, ਤੇ ਖਾਸ ਕਰਕੇ ਜੋਗ ਮਤ ਵਾਲੇ ਨਾਥਾਂ ਨਾਲ, ਸਿੱਧਾਂ ਨਾਲ ਚਰਚਾ ਕਰਦਿਆਂ ਗੁਰੂ ਦੇਵ ਜੀ ਨੇ ਇੱਕ ਨਹੀਂ ਬੇਅੰਤ ਸ਼ਬਦ ਜਿਹੜੇ ਨੇ ਇਹਨਾਂ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ। ਰਾਮ ਕਲੀ ਰਾਗ ਅੰਦਰ ਸਿੱਧ ਗੋਸ਼ਟ ਦੀ ਬਾਣੀ, ਇਹਦੇ ਵਿੱਚ ਜੋਗੀਆਂ ਵੱਲੋਂ ਕੀਤੇ ਹੋਏ ਸਵਾਲ
ਤੇ ਉਹਨਾਂ ਸਵਾਲਾਂ ਦਾ ਜੋ ਗੁਰੂ ਦੇਵ ਨੇ ਉੱਤਰ ਦਿੱਤਾ ਉਸ ਨੂੰ ਆਪਾਂ ਸਿੱਧ ਗੋਸ਼ਟ ਬਾਣੀ ਕਹਿੰਦੇ। ਅੱਜ ਮੇਰੇ ਹਜ਼ੂਰ ਦੇ ਸਾਹਮਣੇ ਇਹ ਪਵਿੱਤਰ ਬਚਨ ਜਦੋਂ ਪੜ੍ਹਨੇ ਆ ਗੁਰੂ ਦੇਵ ਜੀ ਦੇ, ਜੋਗੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਗੋਸ਼ਟ ਚਰਚਾ ਹੋਈ ਹੈ। ਇਸ ਪੌੜੀ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ, ਉਹਨਾਂ ਦੀ ਰਚਨਾ ਵਿੱਚੋਂ ਪਹਿਲੀ ਪੌੜੀ ਵਿੱਚੋਂ ਖੋਜਣਾ ਘੋਖਣਾ ਪਏਗਾ ਕਿ ਜਿਹੜੀ ਚਰਚਾ ਗੁਰੂ ਨਾਨਕ ਸਾਹਿਬ ਜੀ ਦੀ ਤੇ ਜੋਗੀਆਂ ਦੀ ਹੋਈ, ਉਸ ਚਰਚਾ ਵਿੱਚ ਜੋਗੀਆਂ ਦੇ ਕਿਹੋ ਜਿਹੇ ਸਵਾਲ ਸਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਢੰਗ ਦੇ ਨਾਲ ਉਹਨਾਂ ਦਾ ਉੱਤਰ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀਆਂ 2-3 ਪੌੜੀਆਂ ਨੇ ਜਿਹੜੀਆਂ ਆਪ ਜੀ ਦੇ ਸਮਕਸ਼ ਅਰਜ਼ ਕਰਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਧਿਆਨ ਨਾਲ ਸਾਰੀ ਸ੍ਰਿਸ਼ਟੀ ਨੂੰ, ਸਾਰੇ ਬ੍ਰਹਿਮੰਡ ਨੂੰ ਤੱਕਿਆ ਤੇ ਜਿੱਥੋਂ ਤੱਕ ਧਰਤੀ ਦਾ ਕੋਈ ਟੁਕੜਾ ਸੀ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਉਸ ਥਾਂ ਤੇ ਆਪਣੀ ਨਜ਼ਰ, ਆਪਣਾ ਧਿਆਨ ਟਿਕਾਇਆ ਤੇ ਭਾਈ ਸਾਹਿਬ ਕਹਿੰਦੇ ਨੇ ਇਸੇ ਸਮੇਂ ਦੇ ਦਰਮਿਆਨ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਮੇਰ ਪਰਬਤ ਤੇ ਗਏ ਨੇ ਤੇ ਜਿੱਥੇ 12 ਮਹੀਨੇ ਬਰਫ਼ ਜੰਮੀ ਰਹੇ ਤੇ ਜੋਗੀਆਂ ਨੇ ਸਾਧਨਾ ਕਰ ਕਰਕੇ ਆਪਣੀਆਂ ਘਾਲਣਾ ਘਾਲ ਕੇ ਉਸ ਬਰਫ਼ ਦੇ ਟਿੱਲੇ ਉੱਤੇ ਰਹਿਣਾ, ਜੀਵਨ ਬਤੀਤ ਕਰਨਾ ਪ੍ਰਾਰੰਭ ਕੀਤਾ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਉਸ ਸੁਮੇਰਵਰ ਪਰਬਤ ਤੇ ਪਹੁੰਚੇ ਨੇ ਤੇ ਜੋਗੀਆਂ ਨੇ ਦੇਖ ਕੇ ਗੁਰੂ ਨਾਨਕ ਸਾਹਿਬ ਨੂੰ ਕੋਈ ਸਵਾਲ ਕੀਤੇ, ਪਰਮਾਨ ਦੀ ਵੀ ਕੋਸ਼ਿਸ਼ ਕੀਤੀ, ਪਰ ਧੰਨ ਗੁਰੂ ਨਾਨਕ ਬਾਬਾ ਜੀ ਦੇ ਗੁਰਮਤ ਉਪਦੇਸ਼ ਦੇ ਸਾਹਮਣੇ ਇਹ ਲੋਕ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅਟਕ ਨਹੀਂ ਸਕੇ। ਭਾਈ ਗੁਰਦਾਸ ਦੇ ਪਵਿੱਤਰ ਬਚਨ ਨੇ ਕਹਿਣ ਲੱਗੇ, ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ, ਆਉਣਾ ਇਸ ਪੌੜੀ ਤੇ ਹੀ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਨੂੰ ਦੇਖਿਆ, ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ, ਫਿਰ ਚੜਿਆ ਜਾਏ ਸੁਮੇਰ ਪਦ ਸਿੱਧ ਮੰਡਲੀ ਦ੍ਰਿਸ਼ਟੀ ਆਈ। ਹਜ਼ੂਰ ਫਿਰ ਸੁਮੇਰ ਪਰਬਤ ਤੇ ਗਏ, ਉੱਥੇ ਸਿੱਧਾਂ ਦੀ, ਜੋਗੀਆਂ ਦੀ, ਇਹਨਾਂ ਨਾਥਾਂ ਦੀ ਮੰਡਲੀ ਗੁਰੂ ਨਾਨਕ ਸਾਹਿਬ ਨੇ ਆਪਣੇ ਨੇਤਰਾਂ ਨਾਲ ਦੇਖੀ। ਬਾਬੇ ਡਿੱਠੀ ਪਿਰਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। 84 ਸਿੱਧ ਗੋਰਖ ਆਦ ਮਨ ਅੰਦਰ ਗਣਤੀ ਵਰਤਾਈ। ਜਦੋਂ ਹਜ਼ੂਰ ਨੂੰ ਉਹਨਾਂ ਜੋਗੀਆਂ ਨੇ ਤੱਕਿਆ ਤੇ ਉਹਨਾਂ ਦੇ ਮਨ ਵਿੱਚ ਇੱਕੋ ਦਮ ਇਹ ਖਿਆਲ ਪੈਦਾ ਹੋ ਗਿਆ, ਅਸੀਂ ਇੰਨੀਆਂ ਸਾਧਨਾ ਕਰ ਕਰਕੇ ਇਸ ਪਹਾੜ ਦੇ ਉੱਚੇ ਟਿੱਲੇ ਤੇ ਬੈਠੇ ਹਾਂ, ਇਹ ਕੌਣ ਹੈ ਜਿਹਦੀ ਉਮਰ ਵੀ ਸਾਡੇ ਤੋਂ ਥੋੜੀ ਹੈ ਤੇ ਇੰਨੀ ਤੇਜ਼ੀ ਦੇ ਨਾਲ ਇਹ ਸਾਡੇ ਟਿਕਾਣੇ ਤੇ ਆ ਪਹੁੰਚਿਆ। 84 ਸਿੱਧ ਗੋਰਖ ਆਦ ਮਨ ਅੰਦਰ ਗਣਤੀ ਵਰਤਾਈ। ਤੇ ਅਗਲਾ ਸ਼ਬਦ ਭਾਈ ਜੀ ਸਾਹਿਬ ਕਹਿੰਦੇ ਨੇ, ਸਿੱਧ ਪੁੱਛਣ ਸੁਣ ਬਾਲਿਆ। ਇੱਥੇ ਬਾਲਿਆ ਦਾ ਅਰਥ ਹੈ ਬਾਲ ਕੇ, ਤੇ ਬਾਲਕਾ ਸ਼ਬਦ ਗੁਰੂ ਨਾਨਕ ਸਾਹਿਬ ਲਈ ਵਰਤਿਆ ਸਿੱਧਾਂ ਨੇ, ਕਿਉਂਕਿ ਉਹਨਾਂ ਦੀ ਉਮਰ ਜ਼ਿਆਦਾ ਹੈ। ਉਹ ਆਪਣੇ ਆਪ ਵਿੱਚ ਮਾਣ ਕਰਦੇ ਨੇ ਕਿ ਸਾਡੀ ਜਿੰਨੀ ਘਾਲਣਾ ਕਿਸ ਦੀ ਹੈ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ। ਪਹਿਲਾ ਸਵਾਲ ਉਹਨਾਂ ਦਾ ਸੀ, ਖੇ ਬਾਲ ਕੇ ਸਾਨੂੰ ਇੱਕ ਗੱਲ ਦੱਸ, ਤੇਰੇ ਕੋਲ ਕਿਹੜੀ ਸ਼ਕਤੀ, ਕਿਹੜੀ ਤਾਕਤ ਹੈ ਜਿਹਦੀ ਬਦੌਲਤ ਤੂੰ ਇੰਨਾ ਉੱਚਾ ਸਿਖਰ ਤੇ ਪਹੁੰਚ ਗਿਆ, ਕੌਣ ਸ਼ਕਤ ਤੋਂ ਇੱਥੇ ਲਿਆਈ। ਤੇ ਅੱਗੇ ਸਾਹਿਬ ਨੇ ਉੱਤਰ ਦਿੱਤਾ, ਬਾਬਾ ਆਖੇ ਨਾਥ ਜੀ। ਸਾਹਿਬ ਨੇ ਬਚਨ ਕੀਤਾ, ਹਉ ਜਪਿਆ ਪਰਮੇਸ਼ਰੋ ਪਾਓ ਭਗਤ ਸੰਗ ਤਾੜੀ ਲਾਈ। ਮੈਂ ਕਰਾਮਾਤਾਂ ਨਾਲ ਨਹੀਂ, ਕਹਿਣ ਲੱਗੇ ਮੈਂ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਤੇ ਉਸ ਸਾਈਂ ਦੇ ਨਾਮ ਵਿੱਚ ਤਾੜੀਦਾਰ ਤੇ ਆਪਣੀ ਸੁਰਤ ਟਿਕਾ, ਆਪਣੇ ਧਿਆਨ ਨੂੰ ਲਾ ਕੇ ਮੈਂ ਅੱਜ ਤੁਹਾਡੇ ਤੱਕ ਪਹੁੰਚ ਗਿਆ ਹਾਂ। ਹਉ ਜਪਿਆ ਪਰਮੇਸ਼ਰੋ ਪਾਓ ਭਗਤ ਸੰਗ ਤਾੜੀ ਲਾਈ। ਤੇ ਭਾਈ ਜੀ ਨੇ ਪੂਰਾ ਇਤਿਹਾਸ ਇਹ ਪੌੜੀਆਂ ਵਿੱਚ ਦਿੱਤਾ ਹੈ। ਕਹਿਣ ਲੱਗੇ, ਫਿਰ ਪੁੱਛਣ ਸਿੱਧ ਬਾਲਿਆ, ਆਪਣਾ ਨਾਮ ਤੁਮ ਦਿਓ ਬਤਾਈ। ਇਹ ਤਾਂ ਦੱਸ ਦਿੱਤਾ ਮੈਂ ਨਾਮ ਦੀ ਬਰਕਤ ਨਾਲ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਕੇ ਆਇਆ, ਪਰ ਖੇ ਬਾਲ ਕੇ ਆਪਣਾ ਨਾਮ ਤਾਂ ਦੱਸ। ਤੇ ਅੱਗੇ ਸਾਹਿਬ ਕਹਿੰਦੇ ਨੇ, ਬਾਬਾ ਆਖੇ ਨਾਥ ਜੀ
ਨਾਨਕ ਨਾਮ ਜਪੇ ਗਤ ਪਾਈ, ਨਾਮ ਮੇਰਾ ਨਾਨਕ ਹੈ। ਤੇ ਜੇ ਕਿਤੇ ਮੁਕਤੀ ਦਾ ਵਸੀਲਾ ਲੱਭਣਾ ਜੇ ਕੇਵਲ ਨਾਮ ਨੂੰ ਜਪ ਕੇ, ਤੇ ਨਾਲ ਫਿਰ ਸ਼ਬਦ ਵਰਤਿਆ ਨੀਚ ਕਹਾਏ ਊਚ ਘਰ ਆਈ। ਊਚ ਘਰ ਆਈ ਦਰ ਤੇ ਉੱਚੇ ਰੁਤਬੇ ਤੇ ਓਨੀ ਦੇਰ ਤੱਕ ਨਹੀਂ ਪਹੁੰਚ ਸਕਦੇ ਜਿੰਨੀ ਦੇਰ ਤੱਕ ਤੁਹਾਡੇ ਅੰਦਰ ਨਿਮਰਤਾ ਨਹੀਂ। ਨੀਚ ਕਹਾਏ ਊਚ ਘਰ ਆਈ। ਹੁਣ ਧਿਆਨ ਦਿਆ ਜੇ, ਆਉਣਾ ਇਸੇ ਪੌੜੀ ਤੇ ਵੇ। ਭਾਈ ਸਾਹਿਬ ਨੇ ਫਿਰ ਅਗਲਾ ਬਚਨ ਕਿਹਾ, ਜਦੋਂ ਸਾਹਿਬ ਨੇ ਨਿਰ ਉੱਤਰ ਕਰ ਦਿੱਤਾ ਨਾਨਕ ਮੇਰਾ ਨਾਮ ਹੈ, ਜਾਪਣਾ ਮੈਂ ਨਾਮ, ਤੇ ਅਗਾਂ ਉਹਨਾਂ ਸਵਾਲ ਕੀਤਾ। ਭਾਈ ਸਾਹਿਬ ਕਹਿੰਦੇ ਨੇ ਸਾਰੇ ਸੱਜ ਜਿਹੜੇ ਨੇ ਉਹ ਇਕੱਠੇ ਹੋ ਗਏ। ਖਬਰ ਮਿਲੀ ਵੀ ਧਰਤੀ ਤੋਂ ਕੋਈ ਮਨੁੱਖ ਆਇਆ, ਕਹਿੰਦਾ ਮੈਂ ਨਾਮ ਨੂੰ ਜਾਪਣਾ, ਪਰਮੇਸ਼ਵਰ ਤੋਂ ਬਿਨਾਂ ਕਿਸੇ ਨੂੰ ਜਾਣਦਾ ਨਹੀਂ। ਫਿਰ ਉਹਨਾਂ ਨੇ ਪੁੱਛਿਆ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਾਰੇ ਇਕੱਠੇ ਹੋ ਗਏ, ਪੁੱਛਦੇ ਨੇ ਨਾਨਕ ਜੀ ਤੁਸੀਂ ਮਾਤ ਲੋਕ ਦਾ ਅਰਥ ਇੱਥੇ ਕਰਦੇ ਨੇ ਕਿ ਜਿਸ ਧਰਤੀ ਤੋਂ, ਜਿਸ ਮੈਦਾਨੀ ਇਲਾਕੇ ਵਿੱਚੋਂ ਤੁਸੀਂ ਆਏ ਹੋ, ਇੱਕ ਕਿਰਪਾ ਕਰਕੇ ਦੱਸੋ ਤੇ ਕਿਹੋ ਜਿਹਾ ਵਰਤਾਰਾ ਲੋਕਾਂ ਦਾ, ਰਹਿਣ ਸਹਿਣ, ਉੱਥੇ ਰਾਜਿਆਂ ਦਾ ਕਿਹੋ ਜਿਹਾ ਢੰਗ ਏ, ਉੱਥੇ ਧਰਮ ਦੀ ਚਰਚਾ ਕਿਹੋ ਜਿਹੀ ਏ, ਲੋਕ ਕਿਹੋ ਜਿਹੀ ਜ਼ਿੰਦਗੀ ਬਤੀਤ ਕਰਦੇ ਨੇ। ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀਏ ਬੁਝਿਆ ਕੱਲ ਤਾਰਨ ਨਾਨਕ ਅਵਤਾਰਾ। ਅੱਗੋਂ ਫਿਰ ਸਾਹਿਬ ਕਹਿੰਦੇ ਨੇ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਤੁਸੀਂ ਪੁੱਛਦੇ ਹੋ ਧਰਤੀ ਤੇ ਕੀ ਹੈ, ਸੱਚ ਦਾ ਚੰਦਰਮਾ ਜਿਹੜਾ ਉਹ ਆਲੋਕ ਹੋ ਗਿਆ ਹੈ, ਤੇ ਕੂੜ ਦਾ ਚਾਰ ਚੁਫੇਰੇ ਉਹ ਤੇ ਹਨੇਰਾ ਪਸਰ ਗਿਆ। ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ। ਪਾਪ ਗ੍ਰਾਸੀ ਪ੍ਰਿਥਮੀ ਧੌਲ ਖੜਾ ਤਰ ਹੇਠ ਪੁਕਾਰਾ। ਤੇ ਅੱਗੋਂ ਜੋਗੀ ਕਹਿੰਦੇ ਨੇ ਜੇ ਉੱਥੇ ਕੂੜ ਦਾ ਹਨੇਰਾ, ਕੋਈ ਚਾਨਣ ਕੋਈ ਰੋਸ਼ਨੀ ਦੇਣ ਵਾਲਾ ਨਹੀਂ, ਤੇ ਸਾਹਿਬ ਨੇ ਕਿਹਾ ਕਿੰਨੇ ਦੇਣੀ ਸੀ ਰੋਸ਼ਨੀ। ਸਿੱਧ ਸਿਪ ਬੈਠੇ ਪਰਤ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਹੇ ਸਿੱਧੋ ਤੁਸੀਂ ਕੁਝ ਕਮਾਈ ਕਰਕੇ ਅੰਦਰ ਨੂੰ ਜਾਣਨ ਲੱਗੇ ਸੀ, ਤੇ ਜਦੋਂ ਤੁਸੀਂ ਘਰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਬਹਿ ਗਏ ਹੋ, ਹੁਣ ਤੁਸੀਂ ਥੱਲੇ ਦਾ ਕੀ ਹਾਲ ਪੁੱਛਦੇ ਹੋ, ਥੱਲੇ ਕੀ ਵਰਤਾਰਾ। ਸਾਹਿਬ ਕਹਿਣ ਲੱਗੇ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੋਗੀਆਂ ਨੇ ਅੰਦਰੋਂ ਖੁਣਸ ਖਾਧੀ ਵੀ ਸਾਡੇ ਤੋਂ ਥੋੜੀ ਉਮਰ ਤੇ ਸਾਨੂੰ ਚੈਲੰਜ ਕਰਦਾ। ਸਾਹਿਬ ਨੇ ਅਗਲਾ ਬਚਨ ਕਹਿ ਦਿੱਤਾ, ਕਹਿਣ ਲੱਗੇ ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ। हे जोगी ज्ञान तो सखे गान तो हीणे, सवेर तो शाम तक पिंडे ते विभूति मल के तुरया फिरने, पर थले झाती मार बाज गुरु डुबा जग सारा। पूरे गुरु तो बिना धरती जिहड़ी है लोग डुबदे पए। इत्थे दूजी पौड़ी संपूर्ण हुई, हुण अगे तीजी पौड़ी है। अर्ज कर रहा साहब ने यह शब्द की चर्चा जदों कीती ते किवें इन्हां नूं जितना कीता। पहला उन्हां पुछया तू कौन। साहब ने क्या नानक। उन्हां अगला सवाल पूछा भी थले दा हाल की है, थले मात लोक विच की वरतारा है। साहब कहन लगे पाप ही पाप। हुण जोगी कहंदे ने तुसीं इन्ना तां कह दिता भी कूड़ अमावस चार चफेरे झूठ दी काली बोली मस्या दी रात ते सानू किरपा करके दसो उस हनेरे दी व्याख्या करो, केड़ा हनेरा है। हुण तक्यो मेरे क्रांतिकारी गुरु नानक साहब दे बचन ते भाई गुरदास दी कलम। कहन लगे जोगियो कल आई कुत्ते मुई, खाज होआ मुरदार गसाई। तुसी पुछदे हो थले पाप केड़े ने। कल आई कुत्ते मुई, कल आई दा अर्थ कल जुगी मनुखां दा सुभाव कुत्ते मुई हो चुका है। हुण शब्द जदों कुत्ते मुई आउंदा है, ਇਹਦੇ अर्थ विद्वाना ने सिर्फ कई बारी इन्ने कुछ कीते कि कुत्ते वाला सुभाव हो गया। मैं अर्ज करा गुरु ग्रंथ साहिब दी बाणी विच कुत्ते नूं वफादार भी मन्निया, विश्वास पात्र भी गिणिया गया है, पर हजूर ने तमे नाल लालच नाल भी कुत्ते नूं तुलना दिती है। ते चेते रखिए जेड़ा कुत्ता घर दा वफादार है, जे किते हलक जाए ना कई बारी ओही कुत्ता मालक नूं कट के मालक नूं मौत दी झोली विच लवा दिंदा है। साहब कहन लगे जिन्हां ने राखी करनी सी चेते रख ओ हलक गए ने,
ਤੇ ਉਹਨਾਂ ਦੀ ਬਿਰਤੀ ਜੋਗੀਓ ਕੁੱਤੇ ਵਾਲੀ ਹੋ ਗਈ ਏ। ਉੱਥੇ ਤਾਂ ਯਕੀਨ ਹੀ ਕੋਈ ਨਹੀਂ ਕਿ ਜਿਹੜਾ ਨੌਕਰ ਘਰ ਰੱਖਿਆ ਉਹੀ ਕਦੋਂ ਮਾਲਕ ਨੂੰ ਵੱਢ ਕੇ ਸਭ ਕੁਝ ਲੈ ਕੇ ਚਲਾ ਜਾਏ। ਸਾਹਿਬ ਕਹਿਣ ਲੱਗੇ ਕੱਲ ਆਈ ਕੁੱਤੇ ਮੂੰਹ ਖਾ ਜੋਵਾ ਮੁਰਦਾਰ ਕੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਰਾਜਿਆਂ ਨੇ ਰੱਖਿਆ ਕਰਨੀ ਸੀ ਪਰ ਉਹ ਜਨਤਾ ਨੂੰ ਲੁੱਟ ਲੁੱਟ ਕੇ ਖਾਂਦੇ ਨੇ। ਕਹਿੰਦੇ ਨੇ ਇੰਨਾ ਪਾਪ ਵਰਤ ਗਿਆ ਹੈ, ਵਾੜ ਤਾਂ ਲਾਈ ਸੀ ਖੇਤ ਦੀ ਰਾਖੀ ਲਈ, ਤੇ ਜਿਹੜੀ ਵਾੜ ਹੀ ਖੇਤ ਨੂੰ ਖਾ ਜਾਏ ਉਸ ਖੇਤ ਨੂੰ ਕਦੀ ਬਚਾ ਸਕਦੇ ਹੋ? ਰਾਜੇ ਪਾਪ ਕਮਾਉਂਦੇ ਉਲਟੀ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ। ਲੋਕ ਅੰਨੇ ਨੇ, ਵਿਚਾਰਿਆਂ ਨੂੰ ਗਿਆਨ ਕੋਈ ਨਹੀਂ। ਕੂੜ ਕੁਸਤ ਮੁਖੋਂ ਆਲਾਈ। ਤੇ ਜੋਗੀ ਕਹਿੰਦੇ ਨੇ ਥੱਲੇ ਗੁਰੂ ਨਹੀਂ ਕੋਈ ਸੰਨਿਆਸੀ, ਕੋਈ ਇੱਥੇ ਧਰਮ ਦੀ ਅਗਵਾਈ ਕਰਨ ਵਾਲੇ ਨਹੀਂ। ਸਾਹਿਬ ਕਹਿਣ ਲੱਗੇ ਗੁਰੂ ਤਾਂ ਹੈ ਪਰ ਉਹਨਾਂ ਰਾਖਿਆਂ ਦੀ ਤਰ੍ਹਾਂ ਨੇ ਜਿਹੜੇ ਭੇਡ ਦੀ 6 ਮਹੀਨਿਆਂ ਬਾਅਦ ਉੱਨ ਤਾਂ ਉਤਾਰ ਲੈਂਦੇ ਨੇ, ਪਰ ਜਦੋਂ ਕੋਈ ਭੇਡ ਨੂੰ ਮਾਰਨ ਆਵੇ ਉਹਦੀ ਰੱਖਿਆ ਕਦੀ ਨਹੀਂ ਕਰ ਸਕਦੇ। ਸਾਹਿਬ ਕਹਿਣ ਲੱਗੇ ਗੁਰੂ ਹੈ ਪਰ ਕਿਉਂ ਜੈ ਨੇ? ਸਾਹਿਬ ਨੇ ਕਿਹਾ ਚੇਲੇ ਸਾਜ ਵਜਾਏਂਦੇ ਨੱਚਨ ਗੁਰੂ ਬਹੁ ਵਿਦ ਭਾਈ। ਚਾਹੀਦਾ ਤਾਂ ਇਹ ਸੀ ਚੇਲੇ ਗੁਰੂ ਦੇ ਇਸ਼ਾਰੇ ਤੇ ਤੁਰਦੇ, ਪਰ ਹੋਇਆ ਕਿ ਇਹ ਚੇਲਿਆਂ ਕੋਲ ਦੌਲਤ ਹੈ। ਚੇਲੇ ਮਾਨੋ ਸਾਜ ਪੈ ਵਜਾਉਂਦੇ ਨੇ ਤੇ ਗੁਰੂ ਉਹਨਾਂ ਚੇਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਪਏ ਨੇ। ਚੇਲੇ ਸਾਜ ਵਜਾਏਂਦੇ ਨੱਚਨ ਗੁਰੂ ਬਹੁ ਵਿਦ ਭਾਈ। ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ। ਸੇਵਕ ਘਰਾਂ ਵਿੱਚ ਬੈਠੇ ਨੇ, ਲੋਕ ਉਪਦੇਸ਼ ਲੈਣ ਨੂੰ ਤਿਆਰ ਨਹੀਂ, ਤੇ ਗੁਰੂ ਦੌਲਤ ਦੀ ਖਾਤਰ ਧੱਕੇ ਨਾਲ ਬੂਹੇ ਖੜਕਾ ਕੇ ਕਹਿੰਦਾ ਮੈਂ ਤੁਹਾਨੂੰ ਉਪਦੇਸ਼ ਦੇਣ ਆਇਆ ਵਾਂ। ਤੇ ਕਹਿਣ ਲੱਗੇ ਪਿਆਰਿਓ ਕੀ ਉਸ ਉਪਦੇਸ਼ ਦਾ ਅਰਥ ਅਸਰ ਕੋਈ ਹੋਵੇਗਾ? ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਹਿਣ ਲੱਗੇ ਇਸਤਰੀ ਪੁਰਖਾ ਦਾਮ ਹਿਤ। ਤੁਸੀਂ ਪੁੱਛਦੇ ਹੋ ਥੱਲੇ ਹਨੇਰਾ ਕਿਹੜਾ? ਕਹਿਣ ਲੱਗੇ ਉੱਥੇ ਤਾਂ ਪਤੀ ਤੇ ਪਤਨੀ ਦਾ ਸੰਬੰਧ ਵੀ ਕੇਵਲ ਦੌਲਤ ਕਰਕੇ ਹੀ। ਜੇ ਦੌਲਤ ਹੈ ਤਾਂ ਦੁਨੀਆ ਇੱਕ ਦੂਜੇ ਦੀ ਹੈ, ਜੇ ਦੌਲਤ ਨਹੀਂ ਤੇ ਇੱਕ ਖਿੰਨ ਵਿੱਚ ਇੰਨੇ ਨਜ਼ਦੀਕੀ ਰਿਸ਼ਤੇ ਵੀ ਤਿੜਕ ਜਾਂਦੇ ਨੇ। ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤਾ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਭਾਈ ਬੰਦੀ ਖੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਫਿਰ ਸਾਹਿਬ ਕਹਿਣ ਲੱਗੇ ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਓ ਕਿਥੋਂ ਜਾਈ। ਤੇ ਕਹਿਣ ਲੱਗੇ ਵਰਤਿਆ ਪਾਪ ਸਭ ਜਗ ਮਾਹੀ। ਚਾਰ ਚਫੇਰੇ ਪਾਪ ਦਾ ਹਨੇਰਾ ਦਿਸਦਾ ਹੋਰ ਕੁਝ ਨਹੀਂ। ਇਹ ਸੀ ਤੀਜੀ ਪੌੜੀ। ਭਾਈ ਗੁਰਦਾਸ ਦੀ ਹੁਣ ਚੌਥੀ ਪੌੜੀ। ਮੈਂ ਇਸ ਕਰਕੇ ਅਰਜ਼ ਆਰੰਭ ਵਿੱਚ ਕੀਤੀ ਹੈ ਕਿਉਂਕਿ ਇਸ ਪਵਿੱਤਰ ਬਾਣੀ ਨੂੰ ਸਮਝਣ ਲਈ ਭਾਈ ਗੁਰਦਾਸ ਦੀਆਂ ਕੁਝ ਪੌੜੀਆਂ ਦੀ ਵਿਆਖਿਆ ਕਰਨੀ ਪਏਗੀ। ਤੇ ਭਾਈ ਗੁਰਦਾਸ ਉਹ ਗੁਰਮੁਖ ਵਿਦਵਾਨ ਹੈ ਜਿਨਨੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨੂੰ ਮਾਣਿਆ। ਸਾਹਿਬ ਭਾਈ ਗੁਰਦਾਸ ਨੇ ਚੌਥੀ ਪੌੜੀ ਕਹੀ। ਕਹਿਣ ਲੱਗੇ ਜਦੋਂ ਬਾਬੇ ਨਾਨਕ ਨੇ ਨਾ ਬਿਲਕੁਲ ਬੇਬਾਕ ਬੇਖੌਫ ਹੋ ਕੇ ਕਹਿ ਦਿੱਤਾ ਵੀ ਜਿਹੜੇ ਲੋਕ ਨੇ ਰਾਜੇ ਨੇ ਪਰਜਾ ਨੂੰ ਲੁੱਟ ਲੁਕਾਉਂਦੇ ਨੇ, ਗੁਰੂ ਜਿਹੜੇ ਨੇ ਉਹ ਚੇਲਿਆਂ ਨੂੰ ਲੁੱਟਦੇ ਨੇ, ਕਾਜੀ ਰਿਸ਼ਵਤ ਲੈ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਦੇ ਨੇ। ਹੁਣ ਇੱਥੇ ਜੋਗੀ ਝੁਕੇ ਨਹੀਂ। ਇਹਨਾਂ ਇੱਕ ਹੋਰ ਨਵਾਂ ਪੱਤਰਾ ਖੇਡਿਆ। ਕਹਿਣ ਲੱਗੇ ਜੇ ਕਿਤੇ ਇਹੋ ਜਿਹਾ ਨਿਡਰ ਸਾਡਾ ਚੇਲਾ ਬਣ ਜਾਏ ਨਾ ਤੇ ਧਰਤੀ ਦੇ ਕੋਨੇ ਕੋਨੇ ਤੇ ਨਾਥ ਸੰਪਰਦਾ ਦਾ ਪ੍ਰਚਾਰ ਬੜਾ ਹੋਵੇਗਾ। ਇਹੀ ਕਾਰਨ ਅੱਜ ਵੀ ਆਪਾਂ ਤੱਕਨੇ ਚੇਤੇ ਰੱਖਿਓ ਆਮ ਸਾਦੇ ਅਨਪੜ੍ਹ ਬੰਦੇ ਨੂੰ ਗੁਰੂ ਦੇ ਲੜ ਲਾਣਾ ਸੁਖੈਣ ਜੇ ਪੜ੍ਹੇ ਲਿਖੇ ਦੇ ਹੰਕਾਰ ਨੂੰ ਪੁੱਟਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਹੁਣ ਆਮ ਸਾਦਾ ਬੰਦਾ ਦੌਲਤਾਂ ਦਾਈ ਨੇ ਪਹਿਲੀ ਵਾਰ ਦੀਦਾਰ ਕੀਤੇ ਮੇਰੇ ਗੁਰੂ ਨਾਨਕ ਦੇ, ਤੇ ਸਿੱਖ ਇਤਿਹਾਸ ਨੇ ਸਾਂਭਿਆ ਕਿ ਪਹਿਲੀ ਮੁਸਲਮਾਨ ਔਰਤ ਹੈ ਜਿਨਨੇ ਬਾਬੇ ਨਾਨਕ ਦੇ ਇਸ ਦੁਨੀਆ ਵਿੱਚ ਸਭ ਤੋਂ ਪਹਿਲਾਂ ਦੀਦਾਰ ਪਾਏ। ਵਿਚਾਰੀ ਸਾਦਾ ਜਿਹਾ ਉਹਦਾ ਜੀਵਨ ਹੈ, ਕਿਸੇ ਦੇ ਘਰ ਪੁੱਤਰ ਧੀ ਜੰਮਦਾ ਤੇ ਉਹਦੇ ਨਾਲ ਉਹਦੀ ਰੋਟੀ ਚੱਲਦੀ ਹੈ। ਤੇ ਜਿੱਦਣ ਅੱਜ ਬਾਬੇ ਨਾਨਕ ਦੇ ਦੀਦਾਰ ਕੀਤੇ ਤੇ ਜਨਮ ਤੋਂ ਪਹਿਲਾਂ ਕਹਿੰਦੀ ਸੀ ਬਾਬਾ ਕਾਲੂ ਨੂੰ ਕਿ ਅੱਗੇ ਤੇਰੇ ਘਰ ਧੀ ਏ,
जे रब ने पुत्र दिता ते मैनू गरीबी नू कुछ जरूर दई, देखी कालू किते मेरे वरी कंजूसी ना वरत जाए। हुण जदों पहले दीदार कीते ते ओदियां अखां नीर नाल सेजल हो गईयां। पता नहीं मेरे गुरु के दीदार ने ओदे अंदर नू तृप्त कर दिता। बाहर आई ते बाबे कालू ने थाली भर के रुपइयां दी दिती ते हथ नाल परा करके कहंदी है, रहन देवे बाबा कालू, मैं तां बहुत रजी। उन्हें सोचा भी शायद नाराज हो गई है। कहने लगे तू एक बारी ये लै, मैं तेनू दाने भी कपड़े भी देंगा। कहने लगी मैं बहुत कुछ लै लिया, मैनू हुण लोड़ ही नहीं। वो पुछदा तेनू देण वाला कौन? वो कहंदी है तेरे पुत्र दी पहली झलक ने अगे ना दी दौलता सा, पर मन करके भुखी सा। ओदी पहली झलक ने जन्मा जन्मा दी भुख कट के मैनू वाकई दौलतमंद बना दिता है। हुण ओदे दर्शन करके मैं किसे तो मंगना नहीं हूं। एदा मतलब कि गुरु नानक बाबा जी दे एक सीधा पदरा बंदा दर्शन करदा है ते ओदा झोले ओदी किरदा ओदा मन तृप्त हो जाता है। हुण इह ने इन्हां नूं कमाई दा हंकार अर्ज कीती, पढ़े लिखे नूं तब्दील करना बड़ा मुश्किल जे। ओदे अपने विद्या दा हंकार बड़ा है, ओदे अंदर अपनी खौम है कि मैं कोई जानना वा। ते साहब ने इस बाणी विच भी बचन कहन लगे, जमदे रुख नूं, बोर्ड दा रुख है ना, जमदा ते जिवें मर्जी ओनू आपां ढाल लईए, ओनू चुका लईए, पर जेड़ा वध के मोटा तना बन जाए ना, ओनू छेती कीतियां चुकाया नहीं जे जांदा। जमदे विच लचकीलापन है ते जिदन वधिया दुनिया विच उत्ते गया, उदन अंदर खौमे दी परत ने करड़ियां कर दिता। हुण ये झुके नहीं, सोचिया भी जेड़ा इन्ना बेबाकी नाल गल्लां पिया करदा है, जे किते साडा चेला बन जाए ते स्वाद आ जाए। फिर एक कहंदा एक काम करो, गल्लां नाल इहनूं नहीं जे जित्तिया जाना, हुण इहनूं कुछ ना कुछ करामात दिखाइए। हो सकदा है इहदे कोल कुछ ताकत होए, पर साडे जिन्नी तां नहीं ना। उत्थे फिर भाई साहब भाई गुरदास कहंदे ने, इन्हां ने खप्पर दिता ते कहन लगे बालके आओ सामने पहाड़ी ते छोटा जिहा टोया पानी भर के लिया। उत्थे फिर आ विचार प्रारंभ हुंदी है, गोष्ठ हुंदी है। भाई साहब कहने सिद्धि मनै विचारिया किवें दर्शन ए लेवै बाला, ऐसा जोगी कली में हमरे पंथ करे उजियाला। वो भी बाबे दे पंथ विच नहीं, वो कहने साडे पिछे बाबा लग जाए, सानू बाबे पिछे ना लगना पे। कहने लगे ऐसा जोगी कली में हमरे पंथ करे उजियाला। खपर दिता नाथ जी पानी भर लैमन उठ चाला। बाबा आया पानीए जिथे रतन जवेहर लाला। जिथे पानी लैन भेजिया सी उथे ना माया पसार दिती। चार चफेरे कीमती हीरे मोती चमकदे पए ने। सोचिया देख के भरम जाएगा कि जोगियां सिद्धां कोल इन्ना खजाना है ते मैं इन्हां दे नाल क्यों ना जुड़ जावां। पर कहन लगे सतगुर आगम आगाद पुरख केड़ा झले गुरु दी झाला। कि जोगियो तुसी गुरु नानक दी झाल नूं झल सकदे हो? ओनू चमकदे होए पत्थर नाल तुसी खरीदना चाहते हो? खप्पर दिता नाथ जी पानी भर लैवन उठ चाला। बाबा आया पानीए डिठे रतन जवेहर लाला। सतगुर आगम आगाद पुरख केड़ा झले गुरु दी झाला। फिर आया गुर नाथ जी पानी ठ्योड़ नहीं उस ताला। उस तालाब ते पानी नहीं। ते फिर भाई जी कह लगे गोष्ट हुई शब्द जिती सिद्ध मंडली की तुस अपना पंथ निराला। गुरु नानक साहब ने फिर सिद्धां नाल गोष्ट कीती ते उस गोष्ट विच जेड़े सवाल जवाब होए वो सानू गुरु ग्रंथ साहब दी बाणी विचों ते अज दे शब्द विचों भी मिलने। इत्थे हुण उस वक्त दे जोगी उन्हां ने कुछ कु अपने चिन्ह धारण कीते ने। मैं आरंभ विच अर्ज कर दियां क्योंकि अज गोदड़ी दा खिंथा दा डंडे दा खप्पर दा जिक्र आउणा। असल विच जिन्ने भी धर्म दे आगू ने ना जदों वो धर्म नूं प्रारंभ करदा है ते ओदे दिते होए सिद्धांत बड़े अर्थ भरपूर हुंदे ने। पर समा पा के जेड़े ने केवल थोथापन रह जांदा है। अंदर दी हकीकत जेड़ी वो खत्म हो जाती है। हुण चिन्ह
जे कई बारी आपां कहिए भी चिन्हां दी लोड़ कोई नहीं, चिन्ह बहुत वड्डी चीज ने। आपां जदों लिखने आ, मनुख दे कवि दे मन विच जो कुछ वलवला आउंदा है ते ओहदे वलवला ओहदा फुरना सानू अखां नाल दिसदा नहीं, पर जो कुछ मन विच आउंदा है जदों ओहनू अखरां दी शक्ल दे दिंदा है ते ओहदे अंदर दे ना दिसण वाले ख्याल जिहड़े ने ਉਹ ਆਪਾਂ ਅੱਖਰਾਂ ਰਾਹੀਂ ਜਾਣ ਜਾਂਦੇ ਹਾਂ। ਚਿੰਨ ਬੋਲਦੇ ਨੇ। ਹੁਣ ਇਸੇ ਤਰ੍ਹਾਂ ਸਿਆਣੇ ਲੋਕਾਂ ਨੇ ਪਹਿਲਾਂ ਚਿੰਨ ਨਾ ਬੜੀ ਵੱਡੀ ਰਮਜ਼ ਰੱਖਦੇ ਸਨ। ਹੁਣ ਪਹਿਲਾਂ ਸ਼ਬਦ ਸੀ ਬ੍ਰਾਹਮਣ। ਬ੍ਰਾਹਮਣ ਸ਼ਬਦ ਬੜਾ ਸੁੱਚਾ ਹੈ, ਕੋਈ ਮਾੜਾ ਨਹੀਂ ਸੀ। ਆ ਸਤਿਗੁਰੂ ਨੇ ਕਿਹਾ ਬ੍ਰਾਹਮਣ ਉਹ ਸੀ ਜਿਹਦੀ ਪਹਿਚਾਣ, ਜਿਹਦਾ ਸੰਬੰਧ ਬ੍ਰਹਮ ਨਾਲ ਜੁੜ ਗਿਆ ਸੀ। ਸਾਹਿਬ ਦੇ ਬਚਨ ਪੜ੍ਹਦੇ ਆ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਬ੍ਰਾਹਮਣ ਤੋਂ ਬਾਅਦ ਆਪਾਂ ਤੱਕਨੇ ਆ ਬੁੱਧ ਆਏ। ਹੁਣ ਬੁੱਧ ਸ਼ਬਦ ਬੜਾ ਸਿਆਣਾ ਹੈ, ਹਾਲਾਂਕਿ ਉਹਨਾਂ ਦਾ ਨਾਮ ਤਾਂ ਸਿਧਾਰਥ ਸੀ, ਪਰ ਮਹਾਤਮਾ ਬੁੱਧ ਕਹਿੰਦੇ ਆ। ਬੁੱਧ ਭਾਵ ਸੀ ਕਿ ਬੁੱਧੀਮਾਨ, ਗਿਆਨਵਾਨ। ਪਰਤ ਕੇ ਮਹਾਵੀਰ ਲਈ ਸ਼ਬਦ ਜੈਨ ਵਰਤੇ ਗਏ ਤੇ ਜੈਨ ਦਾ ਆਖਰੀ ਅਰਥ ਸੀ ਜਿਹਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਇਹ ਸ਼ਬਦ ਦਿੱਤੇ। ਸ਼ਬਦਾਂ ਵਿੱਚ ਬੜੀ ਵੱਡੀ ਰਮਜ਼ ਸੀ। ਹੁਣ ਉਸ ਵਕਤ ਵੀ ਚਿੰਨ ਸਨ ਤੇ ਅੱਜ ਵੀ ਚਿੰਨਾਂ ਦੀ ਮਹਾਨਤਾ ਹੈ। ਆ ਸਤਿਗੁਰੂ ਨੇ ਇਹਨਾਂ ਦੇ ਚਿੰਨਾਂ ਦਾ ਜ਼ਿਕਰ ਕੀਤਾ ਤੇ ਕੇਵਲ ਜੋਗੀਆਂ ਦਾ ਨਹੀਂ, ਇੱਥੇ ਤੇ ਮੁਸਲਮਾਨ ਦੇ ਚਿੰਨ ਦਾ ਵੀ ਜ਼ਿਕਰ ਹੋਇਆ। ਇੱਥੇ ਬ੍ਰਾਹਮਣ ਦੇ ਬਾਹਰ ਦੇ ਚਿੰਨਾਂ ਤੇ ਵੀ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਕੀ ਆਪਾਂ ਸਮਝਾਂਗੇ ਗੁਰੂ ਨਾਨਕ ਸਾਹਿਬ ਇਹਨਾਂ ਚਿੰਨਾਂ ਨੂੰ ਖਤਮ ਕਰਨਾ ਲੋਚਦੇ ਨੇ? ਨਹੀਂ। ਜਦੋਂ ਕੇਵਲ ਭੇਖ ਰਹਿ ਜਾਏ, ਅੰਦਰੋਂ ਧਰਮ ਖਤਮ ਹੋ ਜਾਏ ਤੇ ਭੇਖ ਨੂੰ ਗੁਰੂ ਨਾਨਕ ਸਾਹਿਬ ਜੀ ਸਵੀਕਾਰ ਨਹੀਂ ਜੇ ਕਰਦੇ। ਹੁਣ ਚਿੰਨ ਦੀ ਗੱਲ ਕਰਦੇ, ਜੋਗੀ ਨੇ ਖਿੰਥਾ ਗੋਦੜੀ ਦਾ ਚਿੰਨ ਇਹਦੇ ਕੋਲ ਨੇ, ਬ੍ਰਾਹਮਣ ਕੋਲ ਜਨੇਊ ਵੇ। ਤੇ ਗੁਰੂ ਨਾਨਕ ਸਾਹਿਬ ਜਦੋਂ ਜਨੇਊ ਦੀ ਗੱਲ ਕਰਦੇ ਨੇ, ਹੁਣ ਤੱਕਿਓ ਉੱਥੇ ਇਹ ਨਹੀਂ, ਉੱਥੇ ਹਜ਼ੂਰ ਕਹਿੰਦੇ ਨੇ ਤੂੰ ਅਸਲ ਵਿੱਚ ਜਨੇਊ ਦੇ ਅਸਲੀ ਅਰਥ ਸਮਝੇ ਨਹੀਂ। ਤੇਰਾ ਧਾਗਾ ਵਟਿਆ ਤੇ ਆਪਣੇ ਤਨ ਤੇ ਪਾ ਲਏ ਤੇ ਪਰਤ ਕੇ ਸਾਰੇ ਕਹਿਣ ਲੱਗ ਪਏ ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣ ਥੀਆਂ। ਸਿੱਖਿਆ ਦੇ ਦਿੱਤੀ, ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ। ਹਜ਼ੂਰ ਕਹਿਣ ਲੱਗੇ ਚਮੜੀ ਤੇ ਜਨੇਊ ਪਾਉਣ ਵਾਲੇ ਇਹਦੇ ਅਰਥ ਨੂੰ ਸਮਝ। ਜੇ ਤੂੰ ਜਨੇਊ ਪਾਣਾ ਚਾਹਨਾ ਤਾਂ ਇਹਨਾਂ ਇੰਦਰੀਆਂ ਤੇ ਪਾ ਜਿਹੜੀਆਂ ਇੰਦਰੀਆਂ ਤੇਰੇ ਮਨ ਨੂੰ ਦਿਨ ਰਾਤ ਭਟਕਾ ਕੇ ਰੱਖਦੀਆਂ ਨੇ। ਧਾਗੇ ਦੇ ਅਰਥ ਸਮਝ। ਜੇ ਤੂੰ ਧਾਗਾ ਪਾਣਾ ਹੈ ਆਪਣੇ ਨੇਤਰਾਂ ਤੇ ਪਾ ਜਿਹੜੇ ਨੇਤਰ ਪਰਾਇਆ ਰੂਪ ਤੱਕਦੇ ਨੇ। ਜੇ ਧਾਗਾ ਪਾਣੀ ਆਪਣੀ ਜੀਭ ਨੂੰ ਕੁੱਟ ਕੇ ਜਨੇਊ ਨਾਲ ਬੰਨ, ਜਿਹਨੀ ਬੇਮਤਲਬ ਤੋਂ ਜਣੇ ਖਾਣੇ ਨਾਲ ਬਹਿਸ ਕਰ ਕਰਕੇ ਅੰਦਰ ਦੇ ਮਨ ਦੇ ਟਿਕਾਉ ਨੂੰ ਖਿੰਡਾਉਂਦੀ ਏ। ਜੇ ਧਾਗਾ ਪਾਣੀ ਇਹਨਾਂ ਹੱਥਾਂ ਤੇ ਪਾ ਜਿਹੜੇ ਪਰਾਇਆ ਪੂਜਾ ਦਾ ਧਾਨ ਖਾਂਦੇ ਪਏ ਨੇ। ਜੇ ਧਾਗਾ ਪਾਣੀ ਤੇ ਕੁੱਟ ਕੇ ਪੈਰਾਂ ਤੇ ਪਾ ਜਿਹੜੇ ਕਿਸੇ ਮੰਦੇ ਰਸਤੇ ਤੇ ਤੁਰਦੇ ਨੇ। ਬਾਹਰ ਧਾਗੇ ਪਾ ਕੇ ਅੰਦਰ ਬਹਿ ਕੇ ਪਾਪ ਕਰਨ ਵਾਲਿਆ, ਤੇਰੇ ਇਸ ਧਾਗੇ ਨੇ ਤੈਨੂੰ ਬਚਾ ਨਹੀਂ ਦੇਣਾ। ਚਿੰਨ ਦਾ ਮਤਲਬ ਤੇਰੇ ਅੰਦਰ ਧਰਮ ਹੋਵੇ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ। ਵੇ ਤੱਗਾ ਆਪੇ ਵਤੈ। ਹਾਲਾਂਕਿ ਬ੍ਰਾਹਮਣ ਨੇ ਧਾਗਾ ਪਾਇਆ। ਸਾਹਿਬ ਕਹਿਣ ਲੱਗੇ ਤੂੰ ਖੁਦ ਵੇ ਤੱਗਾ ਹੈ, ਕਿਉਂਕਿ ਤੂੰ ਧਾਗੇ ਦੇ ਅਰਥ ਸਮਝ ਨਹੀਂ ਸਕਿਆ। ਕੇਵਲ ਚਿੰਨ ਤੇਰਾ ਥੋਥਾ ਰਹਿ ਗਿਆ। ਵੇ ਤੱਗਾ ਆਪੇ ਵਤੈ, ਵੱਟ ਧਾਗਾ ਅਵਰਾ ਘਤੈ। ਲੈ ਪਹਾੜ ਕਰੇ ਵਿਆਹ, ਤੂੰ ਤਾਂ ਜਜਮਾਨ ਦੀ ਧੀ ਦੀਆਂ ਲਾਵਾਂ ਦਾ ਮੰਤਰ ਜਾਂ ਮੰਤਰ ਓਨੀ ਦੇਰ ਤੱਕ ਨਹੀਂ ਪੜਦਾ ਜਿੰਨੀ ਦੇਰ ਤੱਕ ਤੂੰ ਥਾਲੀ ਵਿੱਚ ਰੁਪਈਏ ਨਹੀਂ ਧਰਾ ਲੈਂਦਾ। ਤੈਨੂੰ ਤਾਂ ਧਰਮੀ ਕਹਾਉਣ ਦਾ ਹੱਕ ਹੀ ਕੋਈ ਨਹੀਂ। ਹੁਣ ਦੇਖੋ ਇਹ ਉਪਦੇਸ਼ ਕਿਤੇ ਬਾਬੇ ਨਾਨਕ ਦਾ ਸਾਡੇ ਮਹਿਕਮੇ ਨੂੰ ਸੁਣਾ ਦਿੱਤਾ ਜਾਏ ਤੇ ਖੈਰ ਵੈਸੇ ਕੋਈ ਨਹੀਂ। ਬਾਬਾ ਜੀ ਕਹਿੰਦੇ ਨੇ ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦਸੇ ਰਾਹ। ਸੁਣ ਵੇਖੋ ਲੋਕਾਂ ਇਹ ਵਡਾਣ ਕਿੰਨਿਆ ਦੁਹਾਈ ਰੱਬ ਦੀ। ਲੋਕੋ ਮੇਰੀ ਗੱਲ ਸੁਣੋ। ਬਾਬਾ ਕਹਿੰਦਾ ਮੇਰੀ ਗੱਲ ਸੁਣੋ, ਮੈਂ ਦੁਹਾਈ ਦਿੰਦਾ ਜੇ ਜਿਹਨੂੰ ਤੁਸੀਂ ਆਗੂ ਬਣਾਇਆ ਇਹਦੇ ਨਾਲੋਂ ਅੰਨਾ ਬੰਦਾ ਹੀ ਕੋਈ ਨਹੀਂ ਦੁਨੀਆ ਤੇ। ਸੁਣ ਵੇਖੋ ਲੋਕਾਂ ਇਹੋ ਵਡਾਣ, ਮਨ ਅੰਧਾ ਨਾ ਸੁਜਾਨ। ਸਾਹਿਬ ਨੇ ਕਿਰਪਾ ਕੀਤੀ, ਉੱਥੇ ਫਿਰ ਅਸਲੀ ਅਰਥ ਸਮਝਾਏ ਧਾਗੇ ਦੇ।
ਆਪਾਂ ਰੋਜ਼ ਸ਼ਬਦ ਸੁਣਨੇ ਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਸਰੀਰ ਕਾ ਨਹੀਂ। ਹੁਣ ਤੂੰ ਇਸ ਚਿੰਨ ਨੂੰ ਧਾਰਨ ਕਰਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾਣਾ ਹੈ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ, ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਉਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਇਹ ਧਾਗਾ ਪਾ। ਹੁਣ ਮੁਸਲਮਾਨ ਤੁਰਿਆ ਜਾਂਦਾ, ਮੈਂ ਮਸੀਤ ਜਾ ਰਿਹਾ, ਤਸਬੀਹ ਉਹਦੇ ਹੱਥ ਵਿੱਚ ਵੀ ਹੈ, ਮੈਂ ਕਾਬੇ ਦੇ ਦਰਸ਼ਨ ਕਰਨੇ ਨੇ, ਬਾਬਾ ਜੀ ਕਹਿੰਦੇ ਨੇ ਨਹੀਂ, ਉਹ ਵੀ ਤੇਰਾ ਕੰਮ ਠੀਕ ਹੈ, ਪਰ ਚੇਤੇ ਰੱਖ ਮੇਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸ਼ੀਲ ਰੋਜ਼ਾ, ਖੋਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀਹ ਸਾਤਿਸ ਭਾਵਸੀ ਨਾਨਕ ਰੱਖੈ ਲਾਜ। ਇਹਨਾਂ ਗੁਣਾਂ ਨੂੰ ਧਾਰਨ ਕਰ ਲਈ। ਸਾਧ ਸੰਗਤ ਇਹ ਗੱਲ ਜੋਗੀ ਨੂੰ ਕਹੀ। ਪਰ ਇੱਕ ਖਿਣ ਮੈਂ ਅਰਜ਼ ਕਰਾਂ, ਜਿਹੜੇ ਮੇਰੇ ਗੁਰੂ ਨੇ ਚਿੰਨ ਦਿੱਤੇ ਨੇ, ਇਹਦਾ ਵੀ ਕੋਈ ਅਰਥ ਹੈ। ਜੇ ਹੁਣ ਬਾਹਰੋਂ ਤਾਂ ਚਿੰਨ ਮੈਂ ਪਾਏ ਨੇ, ਕਿਰਪਾਨਾਂ 2 ਪਾਈ ਰੱਖਾਂ, ਕੜੇ ਦੋਵਾਂ ਹੱਥਾਂ ਤੇ ਛਣਕਦੇ ਹੋਣ, ਤੇ ਹਰ ਕੁਕਰਮ ਮੈਂ ਕਰਾਂ, ਤੇ ਪਰਤ ਕੇ ਕਹਿ ਦਿਆਂ ਵੀ ਗੁਰੂ ਗੋਬਿੰਦ ਸਿੰਘ ਦਾ ਮੈਂ ਸਿੱਖ ਹਾਂ, ਤੇ ਚੇਤੇ ਰੱਖੀ ਜੇ ਧਾਗਾ ਪਾ ਕੇ ਬ੍ਰਾਹਮਣ ਕੁਕਰਮ ਕਰਦਾ ਹੈ, ਉਹ ਬਖਸ਼ਿਆ ਨਹੀਂ ਜਾਣਾ। ਤੇ ਗੁਰੂ ਦੇ ਚਿੰਨ ਧਾਰਨ ਕਰਕੇ ਜੇ ਤੂੰ ਪਾਪ ਕਰਨੇ, ਤੇ ਇਹਨਾਂ ਚਿੰਨਾਂ ਨੇ ਤੈਨੂੰ ਛੁਡਾ ਨਹੀਂ ਦੇਗਾ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਸੀ, ਪੜ੍ਹਦੇ ਸਾਰੇ ਆ, ਕਹਿਣ ਲੱਗੇ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ। ਆਪਣੇ ਤੇ ਕਿਉਂ ਨਹੀਂ ਟੁਕਾਉਂਦੇ? ਸਾਡੀਆਂ ਅੱਖਾਂ ਕੇਵਲ ਦੂਜੇ ਨੂੰ ਦੇਖਦੀਆਂ ਨੇ, ਆਪਣਾ ਚਿਹਰਾ ਕਦੀ ਅੱਖਾਂ ਨੂੰ ਨਜ਼ਰ ਹੀ ਨਹੀਂ ਆਇਆ। ਕਹਿਣ ਲੱਗੇ ਹਿੰਦੂ ਕਹਿ ਘਰ ਹਿੰਦੂ ਆਵੇ, ਹਿੰਦੂ ਦੇ ਘਰ ਪੁੱਤਰ ਪੈਦਾ ਹੋਇਆ ਤੇ ਬ੍ਰਾਹਮਣ ਘਰ ਆਇਆ। ਸੂਤ ਜਨੇਊ ਪੜ ਗਲ ਪਾਵੇ, ਮੰਤਰ ਪੜ ਕੇ ਧਾਗਾ ਪਾ ਦਿੱਤਾ। ਕਹਿਣ ਲੱਗੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾ। ਉਹਦਾ ਕੋਈ ਅਰਥ ਨਹੀਂ। ਸਤਿਗੁਰੂ ਨੇ ਇਸੇ ਕਰਕੇ ਫਿਰ ਤਾਕੀਦ ਕੀਤੀ ਸੀ। ਕਹਿਣ ਲੱਗੇ ਗੁਰਮੁਖਾਂ, ਜੇ ਇਹ ਚਿੰਨ ਧਾਰਨ ਕੀਤੇ ਨਹੀਂ, ਇਹ ਤੇਰੀ ਅਗਵਾਈ ਪੈ ਕਰਦੇ ਨੇ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਨਾ, ਇੱਥੇ ਵੀ ਅਰਜ਼ ਕੀਤੀ ਸੀ, ਸਾਹਿਬ ਨੇ ਅੰਮ੍ਰਿਤ ਪ੍ਰਚਾਰ ਨਹੀਂ, ਅੰਮ੍ਰਿਤ ਸੰਚਾਰ ਕੀਤਾ। ਦੇਖੋ ਸਤਿਗੁਰੂ ਨੇ ਸਾਨੂੰ ਕਕਾਰ ਦਿੱਤੇ ਨੇ, ਇਹਨਾਂ ਦਾ ਕੋਈ ਅਰਥ। ਤੇ ਮੈਂ ਆਰੰਭ ਵਿੱਚ ਕੀਤੀ ਅਰਜ਼, ਚਿੰਨ ਬੜੀ ਵੱਡੀ ਹਸਤੀ ਲੈ ਕੇ ਰੱਖ ਬੈਠੇ ਨੇ, ਜੇ ਕੋਈ ਸਮਝਦਾ ਹੋਵੇ। ਆ ਹੁਣ ਆਪਾਂ ਸਬਰ ਕਰਨੇ ਆ ਕਿ ਚਿੰਨ ਸਾਡੀ ਅਗਵਾਈ ਨਹੀਂ ਕਰਦੇ। ਜੇ ਕਿਤੇ ਸਕੂਲ ਸਾਹਮਣੇ ਹੋਵੇ, ਉੱਚੀ ਉੱਚੀ ਦੀਵਾਰ ਹੋਵੇ, ਤੇ ਸਾਹਮਣੇ ਇੱਕ ਬੋਰਡ ਲੱਗਾ ਸਾਈਂ ਨੇ ਕਿ ਛੋਟਾ ਜਿਹਾ ਬੱਚਾ, ਉਹਨੇ ਗਲੇ ਵਿੱਚ ਬਸਤਾ ਪਾਇਆ ਤੇ ਦੌੜਿਆ ਜਾਂਦਾ, ਆਖਰ ਉਹ ਚਿੰਨ ਨੇ ਲੋਹਾ ਰੌਲਾ ਤੇ ਨਹੀਂ ਪਾਉਂਦਾ, ਸਿਰਫ ਉਹ ਚਿੰਨ ਬੋਲ ਕੇ ਕਹਿੰਦਾ ਪਿਆ ਵੀ ਤੁਰਨ ਵਾਲਿਆ ਹੁਸ਼ਿਆਰ ਹੋ ਕੇ ਤੁਰੀ, ਸਾਹਮਣੇ ਸਕੂਲ ਹੈ, ਦੇਖੀ ਕਿਤੇ ਇੰਨੀ ਤੇਜ਼ੀ ਨਾਲ ਗੱਡੀ ਨਾਲ ਜਾਈ, ਕੋਈ ਬੱਚਾ ਤੇਰੀ ਗੱਡੀ ਥੱਲੇ ਨਾ ਆ ਜਾਏ। ਹੈ ਤਾਂ ਉਹ ਚਿੰਨ ਹੀ ਨਾ। ਡਾਕਟਰ ਕੋਲ ਕੀ ਹੈ? ਇੱਕ ਰੈੱਡ ਕਰਾਸ ਹੈ, ਆਪਾਂ ਦੇਖ ਕੇ ਕਹਿ ਦਿਆਂਗੇ ਜਾਂ ਉਸ ਚਿੰਨ ਨੂੰ ਤੱਕਾਂਗੇ। ਇਸੇ ਤਰ੍ਹਾਂ ਬਿਲਕੁਲ ਸਤਿਗੁਰੂ ਨੇ ਚਿੰਨ ਦਿੱਤੇ। ਡਾਕਟਰ ਤਾਰਨ ਸਿੰਘ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਖਿਨਮੇ ਵਿੱਚੋਂ ਨਿਕਲ ਗਿਆ। ਵੈਸੇ ਉਹਨਾਂ ਨੂੰ ਆਪਾਂ ਕਹਿੰਦੇ ਨੀਲੇ ਘੋੜੇ ਵਾਲੇ, ਚਿੱਟੇ ਬਾਜ ਵਾਲਾ, ਕਲਗੀ ਵਾਲੇ। ਉਹ ਇੱਕ ਸਵਾਲ ਕਰਦੇ ਨੇ, ਕਹਿੰਦੇ ਨੇ ਘੋੜਿਆਂ ਤੇ ਤਾਂ ਰਾਜਪੂਤ ਵੀ ਚੜ੍ਹਦੇ ਸਨ, ਪਰ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਕਹਿੰਦੇ ਨੀਲੇ ਘੋੜੇ ਵਾਲਾ? ਬਾਜ ਤਾਂ ਉਸ ਵਕਤ ਸ਼ਿਕਾਰੀ ਲੋਕ ਮੁਸਲਮਾਨ ਵੀ ਰੱਖਦੇ ਸਨ। ਆ ਪਹਿਲੀ ਜੰਗ ਹੀ ਸਿੱਖਾਂ ਦੀ ਅੰਮ੍ਰਿਤਸਰ ਦੀ ਬਾਜ ਦੇ ਪਿੱਛੇ ਹੋਈ ਸੀ। ਗੱਲ ਭਾਵੇਂ ਬਾਜ ਦੀ ਨਹੀਂ, ਗੱਲ ਤਾਂ ਇਹ ਸੀ ਵੀ ਗੁਲਾਮੀ ਧੱਕਾ ਕੋਈ ਕਰਨਾ ਚਾਹੁੰਦਾ, ਪਰ ਉਹਨਾਂ ਨੂੰ ਕਿਉਂ ਕਹਿੰਦੇ ਆ ਚਿੱਟੇ ਬਾਜ ਵਾਲਾ, ਨੀਲੇ ਘੋੜੇ ਵਾਲਾ, ਕਲਗੀ ਤੋੜੇ ਵਾਲਾ? ਉਹ ਫਿਰ ਬੜੇ ਸੋਹਣੇ ਅਰਥ ਕਰਦੇ ਨੇ। ਉਹ ਕਹਿੰਦੇ ਨੇ ਗੁਰਮੁਖਾ, ਅਸਲ ਵਿੱਚ ਨੀਲਾ ਘੋੜਾ ਇੱਕ ਚਿੰਨ ਹੈ ਭਗਤੀ ਤੇ ਸ਼ਕਤੀ ਦਾ। ਅੱਜ ਤੱਕ ਜਦੋਂ ਵੀ ਕੋਈ ਮਸ਼ੀਨ ਤਿਆਰ ਕੀਤੀ ਜਾਂਦੀ ਹੈ, ਉਹਦੇ ਗੁਣੇ, ਉਹਦਾ ਮਿਆਰ ਘੋੜੇ ਦੀ ਤਾਕਤ ਨਾਲ ਉਹਨੂੰ ਮਾਪਿਆ ਜਾਂਦਾ ਹੈ। ਆਪਾਂ ਕਹਿੰਦੇ ਇੰਨੇ ਹਾਰਸ ਪਾਵਰ ਦੀ ਹੈ, ਚੇਤੇ ਰੱਖੋ ਉਹਦਾ ਮਿਆਰ ਘੋੜੇ ਨਾਲ ਮਾਪਨੇ। ਘੋੜਾ ਇੱਕ ਸ਼ਕਤੀ ਦਾ, ਇੱਕ ਤਾਕਤ ਦਾ, ਬਲ ਦਾ ਪ੍ਰਤੀਕ ਹੀ। ਤੇ ਜਦੋਂ ਕਹਿੰਦੇ ਨੀਲਾ, ਤੇ ਕਹਿਣ ਲੱਗੇ ਨੀਲਾ ਰੰਗ ਅਸਮਾਨ ਦਾ ਹੈ, ਉਸੇ ਅਸਮਾਨ ਦਾ ਰੰਗ ਸਮੁੰਦਰ ਦੇ ਪਾਣੀ ਤੇ ਪੈਂਦਾ ਹੈ, ਤੇ ਉਹ ਵੀ ਨੀਲਾ ਭਾਸਦਾ ਹੈ।
नीला रंग जिहड़ा प्रतीक है विशालता दा। जिवें आसमान विशाल है ते जिवें समुंदर दा नीला रंग ते समुंदर डूंगा है, जिथे विशालता ते गंभीरता होवे ओ भगती दा प्रतीक है। नीला भगती दा प्रतीक है ते घोड़ा शक्ति दा प्रतीक है। वो कहते हैं चिट्टा बाज आपां कहने गुरमुखा चिट्टा रंग जिहड़ा सुलह कुल है। आपस विच दो देश दो मुल्क लड़दे होण ते जदों चिट्टा पर्रा कोई लैके आ जाए ते ओ चिट्टा कपड़ा छोटा जिहा तोपां दे मूंह बंद करा दिंदा ही। ते बाज जिहड़ा ये शक्ति दा प्रतीक ही। ये चिन्ह जिहड़े ने बड़े बड़े अर्थ रखदे ने। अज मेरे गुरु नानक साहब जी दे सामने उन्हां एक सवाल खड़ा कर दिता। कहण लगे बाबा देख तू घर तां छड्डी बैठा है, उन्हां दीयां नज़रां विच सी ना ते अगे चल के पौड़ियां विच आपां गुरु किरपा नाल विचारांगे साहब ने किहो जिहा जोगी बनाया। कहण लगे तुसी कंन विच मुंदरा पा लवो, अपने गले दे विच गोदड़ी पा लवो, तुसी अपने गले विच हाथ विच एक खप्पर रखो, झोली पा के रखो, पिंडे तो वस्त्र उतार के बपूत मल लवो। ते साहब कहन लगे हे जोगी जे तू वाकई साईं नू रिझाना चाहना है फिर एक काम कर, मुंदा संतोख आ कच दियां बलोर दियां मुंदरा ना कन विच पाई। जे तू मुंदरा पानियां चाहना तेरे चिन्ह ने ते फिर संतोख दियां मुंदरा पा, क्योंकि रब दे रस्ते ते तुरन दे लई सब तो पहला बंदे दे अंदर संतोख चाहिदा है। ते जिस बंदे दे अंदर संतोख नहीं वो आत्मक पंध कदी तय कर ही नहीं सकता। पहली गल मुंदरा संतोख दियां पाई। सतगुरु ने किरपा कर बाणी विच बचन भी कीते ने। कहन लगे प्यारे जिदे कोल संतोख है ना ओदे नालों वड्डा दुनिया ते बादशाह ही कोई नहीं। ते प्यारिया जेड़ा तृष्णालु है ओदू वड्डा दुनिया ते गरीब है ही कोई नहीं। सतगुरु दे बचन पढ़ने आ कि साहब बाबा फरीद सबर एहो सवाओ जे तू बंदा दृढ़ करें। बाबा फरीद कहंदे ने हे बंदिया जे तू संतोख नू दृढ़ कर ले। हुण एक एक पॉइंट जो साहब ने कहा मुंदा संतोख, कहन लगे हे बंदे जे तू संतोखी बन जावे। साहब कहन लगे सबर एहो सवाओ जे तू बंदा दृढ़ करें। बद थी मैं दरियाओ टुट ना थी मैं वाड़ा। संतोख धारण करने वाला दरिया की तरह बन जाता है ते तृष्णालु बंदा एक टुटे हुए नाले की तरह जिंदगी बतीत करता है। जे संतोख होवे शेख सादी कहंदा है तेरियां तृष्णालु अखां ये दो अखां जे रजनियां ने ते केवल दो तरीकियां नाल, जां तां तेरी अख संतोख ना रजेगी ते जां फिर कबर ते जाके जिदन मिट्टी पाई उदन रजेगी। होर तरीके नाल इहने कदी रजना नहीं। जां तां संतोख नाल तृप्त होवे। साहब ने बाणी विच कहा सहस खटै लाखो उठतावै। हुण आपां इत्थे कहांगे कि उद्यम करना भी एक तम है कि आप किरत करदे हो ते वाकई दसां नवां दी जिन्हों किरत कहने आ ना हड भनवी मेहनत आप करदे हो कि ओ मेहनत कि वो कीता होया उद्यम भी एक तृष्णा है। सतगुरु गुरु ग्रंथ साहिब दी बाणी नूं पढ़िए गुरमुखो। वेखो हुण काम कोई करदा पिया रब ओनूं रिज़क देंदा पिया ते साडे दुनिया दा एक सुभाअ है जिहड़ा बंदा अपनी जिंदगी दे खेतर विच हर मुकाम ते फेल हो गया है ना सब तो वड्डा आलोचक वो बन जाता है। जिस विचारे दा आप हाथ नहीं अपड़दा फिर वो नवे नवे शब्द करके दूजे नूं बदनाम करदा नहीं। साहब कहंदे ने तृष्णा असल विच की हजूर दा एक बचन हुंदा है कि चाकी चाटे चून खाहे चाकी का चिथरा कहां ले जाए। उदाहरण दिती कहन लगे घर विच कुत्ता रखे मालक ओनू रोटी भी पांदा है दुध भी पांदा है खुराक ओनू सारी देंदा है। कहन लगे ए कूकर जे मालक दी इन्नी दिती खुराक नाल तू तृप्त नहीं ते मालक दे पिया ओदी चक्की दे पुड़ चट्टे ते जान लग्या जिस कपड़े नाल चक्की दे पुड़ साफ कर दिए बीबी उस भरे हुए आटे वाला कपड़ा मूंह च पा के लई जाना एदा नाम तृष्णा की। जे इना कुछ लैके तृप्त नहीं। तृष्णा की है जो मालक ने आप दिता है
ਆਪਣੇ ਦਿੱਤੇ ਹੋਏ ਵੱਲ ਤਾਂ ਝਾਤੀ ਨਾ ਮਾਰਨੀ ਤੇ ਦੂਜੇ ਵੱਲ ਦੇਖ ਕੇ ਕਿਸੇ ਸਿੱਧੇ ਅਸਿੱਧੇ ਪਾਪ ਕਰਕੇ ਉਹਨੂੰ ਆਪਣੇ ਕੋਲ ਲਿਆਉਣਾ, ਇਹਦਾ ਨਾਮ ਹੀ ਤ੍ਰਿਸ਼ਨਾ ਹੈ। ਸਾਹਿਬ ਕਹਿੰਦੇ ਨੇ ਸੰਤੋਖ ਤੋਂ ਬਿਨਾ ਅੰਦਰ ਕੋਈ ਰੱਜਦਾ ਨਹੀਂ। ਸਹਿਜ ਖਟੇ ਲਾਖੋ ਉਠਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛਾ ਪਾਵੇ, ਬਿਨਾ ਸੰਤੋਖ ਨਹੀਂ ਪੂਰਾਜੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਸ਼ਨ ਕਛੂ ਨਾ ਸੁਜੀ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਰ ਨਹੀਂ ਤਰਾਪੈ, ਬਿਨਾ ਰਕਾ ਅਗਾਈ। ਜੇ ਲੱਕੜਾਂ ਦੇ ਢੇਰ ਉੱਤੇ ਤੂੰ ਜਿਤਨਾ ਮਰਜੀ ਘਿਓ ਸੱਟੀ ਜਾ, ਬਲਦੀ ਹੋਈ ਅੱਗ ਨੇ ਕਦੀ ਰੱਜ ਕੇ ਨਹੀਂ ਕਹਿਣਾ ਹੁਣ ਮੈਂ ਤ੍ਰਿਪਤ ਹੋ ਗਈਆਂ, ਹੁਣ ਨਾ ਪਾਓ। ਅੱਗ ਤਾਂ ਕਦੀ ਰੱਜਦੀ ਨਹੀਂ। ਸਾਹਿਬ ਕਹਿਣ ਲੱਗੇ ਜੋਗੀ ਜੀ, ਜੇ ਸਾਈਂ ਨੂੰ ਪਾਣਾ ਜੇ ਤੇ ਕੱਚ ਦੀਆਂ ਬਲੌਰ ਦੀਆਂ ਮੁੰਦਰਾਂ ਨਹੀਂ, ਆਪਣੇ ਕੰਨਾਂ ਵਿੱਚ, ਆਪਣੇ ਮਨ ਰੂਪੀ ਕੰਨ ਵਿੱਚ ਸੰਤੋਖ ਦੀ ਮੁੰਦਰ ਪਾ। ਤੇ ਜਿੰਨੇ ਸੰਤੋਖ ਦੀ ਮੁੰਦਰ ਪਾਈ, ਸਤਿਗੁਰੂ ਕਹਿੰਦੇ ਨੇ ਉਹ ਮੁੰਦਰ ਪੈਂਦੀ ਹੈ ਵਾਹਿਗੁਰੂ ਦਾ ਨਾਮ ਜਪ ਕੇ। ਨਾਮ ਤੋਂ ਬਿਨਾ ਸੰਤੋਖ ਨਹੀਂ। ਸਤਿਗੁਰੂ ਦਾ ਬਚਨ ਆਉਂਦਾ ਹੈ, ਆਖਣ ਆਖ ਨਾ ਰੱਜਿਆ। ਤ੍ਰਿਸ਼ਨਾ ਹੀ ਹੈ ਨਾ, ਬੋਲ ਬੋਲ ਕੇ ਕਦੀ ਮੂੰਹ ਨਹੀਂ ਰੱਜਾ। ਸੁਣ ਨਾ ਰੱਜੇ ਕੰਨ, ਸੁਣ ਸੁਣ ਕੇ ਕੰਨ ਨਹੀਂ ਰੱਜੇ। ਅੱਖੀ ਦੇਖ ਨਾ ਰੱਜੀਆਂ, ਗੁਣ ਗਾ ਕੇ ਇੱਕ ਵਨ। ਜੇ ਅੰਦਰ ਨੂੰ ਰੁਝਾਣੇ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹੈ ਗੁਣੀ ਸਮਾਏ। ਜਦੋਂ ਸਾਈਂ ਦੇ ਚਰਨਾਂ ਵਿੱਚ ਜੁੜੇਗਾ, ਅੰਦਰ ਨੂੰ ਸੰਤੋਖ ਆਵੇਗਾ। ਤੇ ਸੰਤੋਖੀ ਬੰਦਾ ਇੰਨਾ ਕੁ ਗੰਭੀਰ ਹੁੰਦਾ ਹੈ, ਉਹ ਆਪਣੇ ਅੰਦਰ ਦਾ ਭੇਦ ਛੇਤੀ ਕੀਤਿਆਂ ਅੰਦਰ ਦੀ ਰੂਹਾਨੀਅਤ ਦੀ। ਸੰਤੋਖੀ ਹਿਰਦਾ ਜਿਹੜਾ ਉਹ ਹਮੇਸ਼ਾ ਲੋਕਾਂ ਤੱਕ ਪ੍ਰੇਮ ਤੇ ਠੰਡ ਵਰਤਾਂਦਾ ਪਿਆ ਹੈ। ਇੱਕ ਬੜੀ ਪਿਆਰੀ ਘਟਨਾ ਮਨਸੂਰ ਦੇ ਜੀਵਨ ਵਿੱਚੋਂ ਮਿਲੀ। ਆਪ ਸਭ ਨੂੰ ਪਤਾ ਹੈ ਕਿ ਬਗਦਾਦ ਦੀ ਧਰਤੀ ਤੇ ਮਨਸੂਰ ਦਾ ਕਤਲ ਕੀਤਾ ਗਿਆ ਸੀ, ਤੇ ਕਾਰਨ ਸਿਰਫ ਉਹ ਅਨਲ ਹੱਕ ਕਹਿੰਦਾ ਪਿਆ ਸੀ। ਤੇ ਕਹਿੰਦੇ ਨੇ ਜਿਸ ਦਿਨ ਮਨਸੂਰ ਨੂੰ ਸੂਲੀ ਤੇ ਚਾੜਨਾ ਸੀ ਨਾ, ਕਦੀ ਸੰਤੋਖੀ ਤਿਆਗੀ ਹਿਰਦੇ ਦਾ ਦਰਸ਼ਨ ਕਰੀਏ। ਤੇ ਸਵੇਰੇ ਮਾਨੋ ਉਹਨੂੰ ਚਾੜਨਾ ਸੀ ਸੂਲੀ ਤੇ ਉਹਨੂੰ ਕੱਟਣਾ ਸੀ। ਤੇ ਸ਼ਾਮ ਦੇ ਵੇਲੇ ਇੱਕ ਫਕੀਰ ਆਇਆ ਹੈ, ਉਹ ਵੀ ਰੰਗ ਵਿੱਚ ਰਤਿਆ ਸੀ। ਕਹਿਣ ਲੱਗਾ, ਮਨਸੂਰ ਕੱਲ ਸੁਬਹ ਤੈਨੂੰ ਖਤਮ ਕੀਤਾ ਜਾਣਾ, ਤੈਨੂੰ ਸੂਲੀ ਚਾੜ ਦਿੱਤਾ ਜਾਣਾ, ਤੇਰੇ ਤਨ ਦੇ ਟੁਕੜੇ ਕੀਤੇ ਜਾਣੇ ਨੇ, ਤੇ ਤੂੰ ਬਹੁਤ ਪਹੁੰਚਿਆ, ਲੋਕਾਂ ਨੂੰ ਪਤਾ ਨਹੀਂ। ਸੱਚ ਪੁੱਛੀ, ਮੈਂ ਤੇਰੇ ਨਾਲ ਇੱਕ ਗਰਜ ਲੈ ਕੇ ਆਇਆ, ਤੇਰੇ ਤੱਕ ਮੈਨੂੰ ਇੱਕ ਲੋੜ ਹੈ। ਤੇ ਮਨਸੂਰ ਕਹਿੰਦਾ, ਦੱਸ ਮੈਂ ਕੀ ਕਰ ਸਕਣਾ ਤੇਰੀ ਖਾਤਰ। ਕਹਿਣ ਲੱਗਾ, ਮੈਨੂੰ 3 ਸ਼ਬਦ ਜਿਹੜੇ ਨੇ ਉਹਨਾਂ ਦੇ ਅਰਥ ਸਮਝਾ ਦੇ। ਉਹਨੇ ਕਿਹਾ ਜੀ ਦੱਸੋ। ਅਰਜ਼ ਕਰ ਰਿਹਾ, ਸੰਤੋਖ ਕੀ, ਤਿਆਗ ਕੀ। ਉਹਨੇ ਪਹਿਲਾ ਸਵਾਲ ਕੀਤਾ, ਦਾਨ ਦੀ ਹੱਦ ਕੀ ਹੈ, ਇਹਦਾ ਉੱਤਰ ਦੇ। ਕਹਿਣ ਲੱਗਾ, ਦੂਜਾ ਮੇਰਾ ਪ੍ਰਸ਼ਨ ਹੈ, ਤਿਆਗ ਦੀ ਹੱਦ ਕੀ ਹੈ। ਤੇ ਤੀਸਰਾ ਮੇਰਾ ਪ੍ਰਸ਼ਨ ਇਹ ਵੇ, ਪ੍ਰੇਮ ਦੀ ਹੱਦ ਕੀ ਹੁੰਦਾ। ਇਹਨਾਂ ਤਿੰਨਾਂ ਦਾ ਉੱਤਰ ਦੇ ਸਕਣਾ। ਤੇ ਮਨਸੂਰ ਹੱਸ ਪਿਆ, ਕਹਿਣ ਲੱਗਾ, ਤਿੰਨਾਂ ਦਾ ਦਿਆਂਗਾ, ਪਰ ਇੱਕ ਕੰਮ ਕਰੀ। ਪਹਿਲਾ ਤੇਰਾ ਸਵਾਲ ਹੈ ਦਾਨ ਦੀ ਹੱਦ ਕੀ ਹੈ, ਤੇ ਸੰਤੋਖੀ ਹਿਰਦੇ ਕਿਸੇ ਨੂੰ ਦਾਨ ਕਰਦਾ। ਕਹਿਣ ਲੱਗਾ, ਚੇਤੇ ਰੱਖ, ਦਾਨ ਦੀ ਹੱਦ ਦਾ ਜੇ ਉੱਤਰ ਪੁੱਛਣਾ ਹੀ ਤੇ ਮੈਂ ਓਨੀ ਦੇਰ ਤੱਕ ਕਿਸੇ ਨਾਲ ਗੱਲ ਨਹੀਂ ਕਰਦਾ ਜਿੰਨੀ ਦੇਰ ਤੱਕ ਮੈਂ ਆਪਣੇ ਪੱਲਿਓਂ ਕਿਸੇ ਨੂੰ ਕੁਝ ਖਾਣ ਨੂੰ ਨਾ ਦਿਆਂ। ਮੇਰੇ ਹੱਥ ਨਾਲ ਕੁਝ ਖਾਏਗਾ ਤਾਂ ਮੈਂ ਉੱਤਰ ਦੇਣਾ, ਨਹੀਂ ਤੇ ਨਹੀਂ। ਉਹ ਫਕੀਰ ਕਹਿੰਦਾ ਵੀ ਜੋ ਕੁਝ ਦੇਗਾ ਮੇਰੇ ਲਈ ਅੰਮ੍ਰਿਤ ਹੈ, ਪਰ ਮੈਨੂੰ ਦੱਸ ਕਿ ਦਾਨ ਦੀ ਹੱਦ ਕੀ ਹੈ। ਉਸ ਵਕਤ ਮਨਸੂਰ ਨੇ ਆਪਣੀ ਗੋਦੜੀ ਫੋਲ ਕੇ ਇੱਕ ਰੋਟੀ ਦਾ ਟੁਕੜਾ ਬਾਹਰ ਕੱਢਿਆ। ਕਹਿਣ ਲੱਗਾ, ਲੈ ਫਕੀਰ ਬਾਬਾ, ਆ ਰੋਟੀ ਦਾ ਟੁਕੜਾ ਖਾ, ਫਿਰ ਤੇਰੇ ਸਵਾਲਾਂ ਦਾ ਉੱਤਰ ਦੇਣਾ। ਉਸ ਫਕੀਰ ਨੇ ਸੁੱਕਾ ਜਿਹਾ ਰੋਟੀ ਦਾ ਟੁਕੜਾ ਦੰਦਾਂ ਨਾਲ ਚਬਾ ਲਿਆ। ਤੇ ਉਸ ਵਕਤ ਮਨਸੂਰ ਉਹਦੇ ਰੋਟੀ ਖਾਣ ਤੋਂ ਬਾਅਦ ਕਹਿੰਦਾ, ਇਹ ਦਾਨ ਦੀ ਹੱਦ ਹੀ। ਉਹ ਕਹਿੰਦਾ, ਮੈਂ ਸਮਝਿਆ ਨਹੀਂ। ਕਹਿੰਦਾ, ਤੈਨੂੰ ਇੰਨਾ ਪਤਾ ਮੈਨੂੰ ਕਿੰਨੇ ਦਿਨਾਂ ਤੋਂ ਕੈਦ ਕੀਤਾ ਗਿਆ। ਮੈਨੂੰ ਸਵੇਰੇ ਚੁਰਸਤੇ ਵਿੱਚ ਖੁਲਾਰ ਕੇ ਪੱਥਰ ਵੀ ਮਾਰੇ ਜਾਂਦੇ ਨੇ। ਕਹਿਣ ਲੱਗਾ, ਬਿਲਕੁਲ ਮੈਨੂੰ ਪਤਾ ਹੈ। ਤੈਨੂੰ ਇਹ ਵੀ ਪਤਾ ਮੈਨੂੰ ਨਾ ਕੋਈ ਪੀਣ ਨੂੰ ਪਾਣੀ ਦਿੰਦਾ, ਨਾ ਕੋਈ ਖਾਣ ਨੂੰ ਖੁਰਾਕ ਦਿੰਦਾ ਹੈ।
किन्ने दिनां दा मैं तन ते दुख सहना पिया वां। आ कल रात मेरे एक दोस्त ने लुक छिप के मैनू रोटी दा टुकड़ा दिता ते अखां पानी नाल भर के कहा सी, मंसूर कुछ नहीं मैं तेरी खातर कर सकिया, आ रोटी दा टुकड़ा खा के पेट दी भुख नू झुलस लै। कहंदा मेरे मन विच जदों खान लगा ते ख्याल आया कल नू तां तू मारी जाना, तू तां सूली चढ़ जाना, संतोखी हिरदा की है, दान दी हद की है। मेरे मन विच आया कल नू मंसूर तू दुनिया तो चले जाना है, जे रोटी दा टुकड़ा खा लेगा तां भी मरना ही मरना है, सांभ के रख, कोई लोड़वंद आएगा ओनू दई जिहदे 4 प्राण 2 दिन होर कट जाण। कह लगा यही संतोख ते दान दी हद। भुखा वां कई दिनां दा, कहंदा मैं अपनी जिंदगी विचों तैनूं अर्थ दसने चाहना, किसे तो उधारे लैके नहीं। किन्ने दिनां दा भुखा वां, रोटी दा टुकड़ा मिलिया है ते ओह भी तैनूं खवा के मैं रब दा शुक्र करना पिया। इहनूं कहंदे ने संतोख ते दान दी हद। दूसरी गल वो कहंदा तेरा दूजा सवाल है त्याग दी हद की है, ते मंसूर कहंदा अपनियां अखां बंद कर। ते एक किताब लिखी बहुत पुराना, पहला समय कई दहाके पहला, प्रिंसीपल गंगा सिंह होरां ने, ते बड़ी पुरानी पुस्तक सी, ਇਹਦਾ नाम सी जीवन किरणा। ਉਹਦੇ ਵਿੱਚ ਉਹਨਾਂ ਨੇ एक घटना अंकित की। कह लगे तू पुछना त्याग दी हद की, अपनियां अखां बंद कर। फकीर ने अपने नेत्र बंद कीते ते कह लगा बंद करके, मंसूर कहंदा अखां खोली, ते फकीर ने अखां बंद करके जदों खोलियां ते की देखदा है, मंसूर दा केवल तन पिया, लाश पई है, अंदर दे प्राण किते उडारी मार गया। वो देख के डर गया, कहने लगा हद होगी, मैं तो उत्तर पूछण आया से, किते भुख नाल ते नहीं मर गया। उन्हें डर दे मारे ने फिर अखां बंद कीतियां ते मंसूर इको दम उठ के बैठ के आवाज दिंदा, कहंदा अखां खोल। खोलियां, कहंदा घबरा ना, ये त्याग दी हादी। चेते रखी मेरे कोल इन्नी कु ताकत है, मैं दुनिया दा एक एक पदार्थ त्याग दिया एक दिन इस अवस्था ते पहुंच जावां कि तन दे त्याग दिया भी एक खिल लावां। इहनूं कहंदे ने त्याग दी हद। त्याग दिया तन दी चमड़ी तो भी ऊपर उठ जाना। ते तीसरा तेरा सवाल तीजा भी प्रेम दी हद की, कहंदा एदा उत्तर कल कतलगाह च आके पाए। 2 तां तैनूं दे दित्ते ने, तीजा उत्तर तैनूं कतलगाह विच मिलेगा। दूजे दिन मंसूर दे टुकड़े कीते ते एदे अंगां विचों अनहलक दी अनलहक दी आवाज आए। वो फकीर भी देखदा पिया सी ते कहन लगे आवाज आई कन्नां विच, भले लोकां तू पुछदा सैं प्रेम दी हद की है, दान दी हद हो सकदी है, त्याग दी हो सकदी है, पर प्रेम बेहद है। जे ने करिए ते तन भजन तो बाद भी कदी प्रेम टुटदा नहीं। प्रेम दी कोई हद नहीं, प्रेम बेहद है। मेरे कहण तो मुराद साहब कहंदे ने संतोख धारण करने ते इहो जिहा कर, ते जिवें बाबा फरीद कहंदे ने साबर अंदर साबरी। 2 शब्द ने, एक साबर ते एक साबरी। साबर दा अर्थ है सबर ते साबरी दा अर्थ है सबर धारण करन वाला। साबर अंदर साबरी, तन एवें जालेण, होण नजीक खुदाए दे भेद ना किसे देण। प्यारे जोगी के मुंदा संतोख। हुण अगला शब्द साहब ने वरतिया शर्म पत झोली। ये 2 शब्द ने। शर्म दा अर्थ कई विद्वानां ने कीता मेहनत, फिर शर्म शब्द तो मेहनत कर, पर गुरमुख प्यारे विद्वानां ने ज्यादातर ਇਹਦੇ अर्थ कीते ने शर्म दा अर्थ लज्जिया, ते नाल 2 शब्द ने पत ते झोली। पत दा अखरी अर्थ हुंदा भांडा पात्र, ते जोगी की करदा जदों मंगण जांदा है हत्थ विच खप्पर रखदा ते मोढे ते झोली लटकाई। ਉਹ खप्पर नाल मंगदा। आपां पिंडां थावां ते देखदे आए आ, ਉਹਦੇ खप्पर विच लोकी पैसा धेला जां दाल आटा पांदे ने। ਜਦੋਂ ਉਹ खप्पर भरिया जांदा ते परत के ਉਹਨੂੰ ਝੋਲੀ विच उलद लैंदा। साहब कहण लगे प्यारिया चेते रखी, ਜਦੋਂ ਕਿਸੇ ਦੇ ਦਰ ਤੇ ਮੰਗਣ ਚਲੇ ਜਾਈਏ ਨਾ, ਮੰਗਣ ਨਾਲੋਂ ਵੱਡੀ ਮੌਤ ਕੋਈ ਨਹੀਂ। ਜੇ ਤੂੰ ਲੱਜਿਆ ਧਾਰਨ ਕਰ ਲੈ ਸ਼ਰਮ ਪਤ ਝੋਲੀ,
आ जिहड़ा खप्पर ते झोली तू पाई फिरना चिन्ह, तू अपने अंदर इन्ना कु मेहनती ते उद्यमी बन जा। तू लज्जिया कर ले लोकां दे घर वल्लों मंगण तो, यही तेरे वास्ते खप्पर ते झोली बन जाएगा। शर्मपत झोली प्यारे, तू इनू झोली बना। ते साहब ने तां स्वीकार कीते ही नहीं। हजूर तां कहंदे ने ज्ञान विगुणा गावे गीत, भुखे मुल्ला घरे मसीत। हजूर ने किरती सिख पैदा कीता। कह लगे ज्ञान विगुणा गावे गीत, भुखे मुल्ला घरे मसीत। मखट्टू होए का कन पड़ाए, फकर करे होर जात गवाए। गुरपीर सदाए मंगण जाए, ताकि मूल ना लगिया पाए। घाल खाए किछ हथों दे, नानक राह पछाणे से। प्यारिया जिहड़ा लोकां दे दर ते मंगना पिया ना, कह चेते रखी लोक तिकार कह मंगत जन, मंगत मान ना पाया। कदी मंगदे होए नूं भी इज्जत मिली है। तू अपनी लज्जिया धारण कर। आ शर्म पत झोली, पातर ते झोली, इस लज्जिया नूं बना। आ साहब गुरु नानक देव जी दे संबंधी ना एक बचन भाई गुरदास दी पौड़ी विचों, इहदे विचों जदों हजूर सुमेर पर्वत ते भी मिले। आपां ये नहीं कह सकते गोष्ट केवल एक थां ते होई। प्यारिओ आ गोरख मता जिन्हों आपां अज नानक मता कहने, इत्थे भी गोष्टां होईयां। तीर्थां उत्ते भी जोगी लोग मिलते रहे। ते हजूर जिदन अचल बटाले आए ना, ते इत्थे एक जोगी सी जिहदा नाम सी भंगरनाथ। भाई गुरदास कहन लगे बड़ा चांभलिया है। इन्हां ने आख्या, कहन लगे अज तीकरा जिथे भी बाबा नानक मिले, इन्हें साडी पिठ लाई है बचना नाल, गल्लां नाल, ताकत नाल। कहन लगे अज सानू इहदी एक कमजोरी पता लग गई। तो जोगी आपस में पुछदे ने भी केड़ी कमजोरी। कहन लगा उहदे कपड़े वेखे जे केड़े कपड़े पा के आए। भाई गुरदास कहंदे ने बाबे भेख बनाया, उदासी दी रीत चलाई। ते जिदन करतारपुर आए बाबे दा सिद्धांत भगवे नीले काले कपड़े नहीं सी। फिर बाबा आया करतारपुर भेख उदासी सकल उतारा। ते कीता की ਉਹ ਜਿਹਾ ਜੀਵਨ ਕਿਤੇ ਅੱਜ ਗ੍ਰਸਤੀ ਗੁਰਸਿੱਖ ਦਾ ਮਿਲੇਗਾ। ਹੁਣ ਆਪਾਂ ਇੱਥੇ ਤੱਕਨੇ ਆ ਨਾ, ਬਾਬਾ ਜੀ ਦਾ ਜਿਹੜਾ ਲਿਬਾਸ ਸੀ ਜਨਮ ਸਾਖੀ ਵਾਲੇ ਕਈ ਵਾਰੀ ਉਸ ਲਿਬਾਸ ਦਾ ਜਦੋਂ ਜ਼ਿਕਰ ਕਰਦੇ ਨੇ ਤੇ ਮਨ ਰੁਕ ਜਾਂਦਾ, ਵਿਸਮਾਦ ਵੀ ਚਲਾ ਜਾਂਦਾ। ਖੱਦਰ ਦਾ ਚਾਦਰਾ, ਖੱਦਰ ਦਾ ਕੁੜਤਾ, ਮੋਢੇ ਤੇ ਖੱਦਰ ਦੀ ਚਾਦਰ, ਪੈੜੀ ਚਮੜੇ ਦੀ ਜੁੱਤੀ ਤੇ ਸਿਰ ਦੇ ਉੱਤੇ ਮੋਟਾ ਖੱਦਰ ਦਾ ਕਪੜਾ ਬੰਨਿਆ ਹੋਣਾ। ਤੇ ਕਿਉਂ ਜਿਹਾ ਗੁਰੂ ਨਾਨਕ ਸਾਹਿਬ ਹਰ ਤਰ੍ਹਾਂ ਦੇ ਪਖੰਡ ਤੋਂ ਰਹਿਤ ਕਿ ਭਾਈ ਲੈਣਾ ਆਉਂਦਾ ਹੈ, ਉਹ ਪਛਾਣ ਹੀ ਨਹੀਂ ਸਕਦਾ ਵੀ ਗੁਰੂ ਨਾਨਕ ਸਾਹਿਬ ਕਿਹੜੇ ਨੇ। ਤੇ ਅੱਜ ਦੇ ਆਪਾਂ ਤੱਕਨੇ ਆ, ਮਹਾਂਪੁਰਸ਼ ਆਉਂਦੇ ਨੇ ਲਿਸ਼ਕ ਪੁਸ਼ਕ ਕੇ ਡਿਜ਼ਾਈਨਿੰਗ ਕਰਾਈ ਹੁੰਦੀ ਏ। ਆਪਾਂ ਤੱਕਨੇ ਆ ਬਾਬੇ ਦਾ ਲਿਬਾਸ ਕਿਹੋ ਜਿਹਾ। ਕਹਿਣ ਲੱਗੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ। ਤੇ ਕੀਤਾ ਕੀ, ਕਹਿਣ ਲੱਗੇ ਉੱਥੇ ਫਿਰ ਮੰਜੇ ਤੇ ਬਹਿਣਾ ਸ਼ੁਰੂ ਕਰ ਦਿੱਤਾ। बाबे जी ने संसारियां वाले कपड़े पाए ते मंजे ते बैठ के उन्होंने प्रचार किया। ते जिदन अचल बटाले गए उदन पुत्र भी नाले परिवार दे जी, नाले बाबे बुढ़े वर्गे ते कपड़े गृहस्थियां वाले। वो जोगी कहते ने देखो अज दी कमजोरी, जिन्नी वारी मिलिया कदी भगवे कपड़े कदी चिट्टे कपड़े, अज गृहस्थियां वाले कपड़े पाए। चलो लोकां विच भंड दईए भी पहला उदासी से हुण गृहस्थी बन गया। ਹੁਣ ਸਾਹਿਬ ਨੂੰ ਉੱਥੇ ਫਿਰ ਜਿਹੜੇ ਬਚਨ ਕਹਿਣ ਲੱਗੇ, ਖਾਦੀ ਖੁਣਸ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ। ਖੁਣਸ ਖਾਦੀ ਉੱਠ ਕੇ ਦੌੜੇ ਵੀ ਜੇ ਗ੍ਰਿਸ਼ਤੀ ਬਣ ਕੇ ਵੀ ਲੋਕ ਇਹਦੇ ਪਿੱਛੇ ਲੱਗ ਗਏ ਫਿਰ ਸਾਡਾ ਤਾਂ ਜੋ ਗਿਆ, ਅੱਜ ਪਕੜੋ ਘੇਰੋ ਇਹਨੂੰ। ਉੱਥੇ ਫਿਰ ਕਹਿਣ ਲੱਗੇ ਖਾਦੀ ਖੁਣਸ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ। ਪੁੱਛੇ ਜੋਗੀ ਭੰਗਰਨਾਥ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ। फटिया चाता दुध दा रिड़किया मक्खन हाथ ना आई। कह लगा बाबा नानका लोग इकट्ठे करके कहंदा लोको देखो सारी जिंदगी एक सुवाणी दुध इकट्ठा करे ते जम्मण तो पहला कांजी दियां बूंदां में सर दे दे दुध ते खराब। बाबा जी कह लगे तू बुझारत ना पा, तू सीधा कहना की चाहना। कह लगे फिटिया चाता दुध दा रिड़किया मक्खन हाथ ना आई। भेख उतार उदास दा वत क्यों संसारी रीत चलाई। आ वत फिर क्यों संसारी बन गए। अगे बाबा जी कह लगे बाबा आखे भंगरनाथ तेरी माऊ कचजी आई।
शब्द वरतन कह लगे तेरी मां ही कुचजी है, तू गल करन दा तेन सुर नहीं। इत्थे मां दा अर्थ मत, तेरी अपनी अकल ही कोई नहीं, तू मैनू घेरना बाबा आके भंगर ना, तेरी माऊ कुचजी आई भांडा धोए ना जात्योन, भाए कुचजे फुल चढ़ाई। फिर कह लगे प्यारिया होए अतीत गृहस्थ तज, फिर उन्हों के घर मंगण जाई, जेड़े संसारी तू कट्ठे करी बैठे भैड़े ने, अपनी झोली अड के मंग के ते इन्हां घरों खांदे हो, जे इन्ने भैड़े ने ते मंगण क्यों जांदे हो। साहब कह लगे लज्जा धारण करो, कोई शर्म करो, शर्म पत झोली, तुसी अपनी जिंदगी विच किसे तो मंगण वालों लज्जा धारण कर लो, ये खप्पर ते झोली बन जाएगी। मुंदा संतोख शर्म पत झोली, ध्यान की करे विभूत। विभूत दा अर्थ सवाह भी करने, कह लगे ध्यान दी विभूति पिंडे ते मल। वैसे जोगी जदों गोरखनाथ ने दिते सन इन्हां दे अर्थ सन भी जे तू भिख्या मंगण जाना है ना, इन्हें क्यों भिख्या मंगण तोरे, मैं आराम विच कीती अर्ज, प्रतीक चिन्ह बड़े बड़े अर्थ रखते हैं। ये सारे सन राजियां दे पुत्र, अपने हथ कदी रोटी नहीं सी पका के वेखी, उन्हें हाथ विच खप्पर पकड़ा के क्या लोकां दे घर घर मंगो क्योंकि तुहाडी मैं मरेगी कि असीं राजियां दे पुत्र उच्चे घराणे विचों सां। उन्हें पिंडे ते विभूत क्यों दिती, हालां हो सकदा जोगी नूं भी ना पता होवे अज तकीए। उन्हें इस करके पिंडे ते सवाह मलाई सी भी तू एवें चमड़ी दा मान ना करी, जेड़ी पिंडे ते सवाह तू मली फिरना एक दिन चमड़ी ने भी सवाह हो जाना। साहब कह लगे फिर एक हुण अर्थ नहीं रखदी गल, ध्यान की करें विभूत। वाहिगुरू दे चरनां विच ध्यान जोड़, तेरा रोम रोम साईं दी याद विच जुड़ जाए। ध्यान दी विभूति अपने पिंडे ते मल, ध्यान की करें विभूत। फिर अगे कह लगे खिंथा ताल। हुण इत्थे थोड़ा जिहा समझना, मैनू खिमा करियो, जो अर्थ साडे उस्ताद ने पढ़ाए मैं उस अनुसार अर्ज कर रहा। खिंथा ताल, कुआरी काया जुगत डंडा प्रतीत, पाठ इस तरह कराया। खिंथा काल, खिंथा दर ते गोदड़ी। साहब कह लगे तू अपने तन ते लीरा सी के गोदड़ी पाई बैठा है, इस गोदड़ी नू कदी छड्डदा नहीं, इस गोदड़ी दे मोह विच ना पै। तू काल दर ते मौत नू गोदड़ी समझ, जिमें अपनी गोदड़ी तू एक खिन भी वख नहीं होण देंदा, बस इंज समझ ले मौत हमेशा तेरे नाल तुरदी पई। खिंथा काल, किन्ना कु नेड़े समझ। साहब कहंदे ने भाई रे इऊं सिर जानो काल, इस तरह नेड़े समझ ज्यों मच्छी त्यों मानसा पवै अचिंता जाल। खिंथा काल, मौत नू नेड़े समझ, किन्ना कु समझ। यक अर्ज गुप्तम पेश तो दर गोश कुन करतार, हका कबीर करीम तू बेऐब परवदगार। दुनिया मुकामे फानी, ये समझ के दुनिया ने एक दिन बिरस जाना है। तहकीक दिलदानी, मन सर मुवे इजराइल गिरफ्त है, दिल खेच नादानी। इन्ना नेड़े समझ के मौत ने तेरे वाला नू पकड़िया हुआ है। खिंथा काल, दिन ते पैर, पैर ते घरियां, आप कटै तन चीजा काल अहेरी। फिर बदक जो कहो कवन बिद कीजै, फरीदा मौतै दा बन्ना एवं दिसै, ज्यों दरियावै ढाहा। इन्ना कु नेड़े समझ गग्गा गोबिंद गुण रवो, सा सा जपनीत, कहां विसासा दे का बिल्म न करो मीत। न बारक न जोब न बिरदी कछ बंद, ओ बेरा न बूझिया जो आए परै जम फंद। हम आदमी हां एक दमी, मोलत मौत न जाना। इन्ना कु मौत नू नेड़े समझ के हर जप दिया खिन ढिल ना कीजी मेरी जिंदड़ीए। मत के जापे सा आवे के ना आवे राम गुरमुखा। खिंथा काल, मौत दी गोदड़ी बिड़ा के तुर, जे रब नू पाने मौत नू नेड़े समझ। कह लगे कुआरी काया जुगत। हुण जुगत दा अर्थ इत्थे गुरमुख विद्वानां ने दिता है ढंग तरीका। जुगत जोग दी जुगती, उन्हां दी मर्यादा। कुआरी काया जुगत दा अर्थ की है। हुण कई वारी इन्हां कहना सी ब्रह्मचारी विआह नहीं कराया जी, ते मैं करी इत्थे अर्ज भी कीती सी, अज भी तकने कई कहने विहंगम सिंह है। विहंगम दा ते अर्थ ही बड़ा उच्चा हुंदा है।
ਜਿਹਦਾ ਸੰਬੰਧ ਹੀ ਸਿੱਧਾ ਸਾਈਂ ਦੇ ਨਾਲ ਹੋਵੇ। ਕੁਵਾਰੀ ਕਾਇਆ ਜੁਗਤ। ਸਾਹਿਬ ਕਹਿਣ ਲੱਗੇ ਜੇ ਤੂੰ ਇਹ ਸਮਝਣਾ ਮੈਂ ਸ਼ਾਦੀ ਨਹੀਂ ਕਰਾਈ, ਮੈਂ ਬਿਲਕੁਲ ਬ੍ਰਹਮਚਾਰੀ ਆ, ਕੁਵਾਰਾ ਰਿਹਾ ਵਾਂ, ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਸਾਈਂ ਮਿਲ ਜੂ। ਹਜ਼ੂਰ ਕਹਿੰਦੇ ਨੇ ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ, ਨਗਨ ਫਿਰਤ ਜੋ ਪਾਈਐ ਜੋਗ ਬਨ ਕਾ ਮਿਰਗ, ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨੀ ਚੀਨਸ ਆਤਮ ਰਾਮ, ਮੂੰਡ ਮਨਾਇਆ ਜੋਸ਼ਦ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਭਾਈ। ਕਿ ਉਹ ਬ੍ਰਹਮ ਗਿਆਨੀ ਬਣ ਗਏ। ਸਾਹਿਬ ਕਹਿਣ ਲੱਗੇ ਪਿਆਰਿਆ ਕਿਸ ਗੱਲ ਨੂੰ ਸਮਝ, ਕੁਵਾਰੀ ਕਾਇਆ ਜੁਗਤ, ਤੇਰੇ ਕੋਲ ਜੋਗ ਦੀ ਜੁਗਤੀ ਇਹ ਹੋਵੇ ਤੂੰ ਆਪਣੀ ਕਾਇਆ ਨੂੰ ਵਕਾਰ ਸਪਰਸ਼ ਨਾ ਕਰਨ ਦੇ, ਤੇਰੇ ਅੰਦਰ ਕਾਮ ਅਸਰ ਨਾ ਪਾਏ, ਕ੍ਰੋਧ ਅਸਰ ਨਾ ਪਾਏ, ਤੇਰੇ ਅੰਦਰ ਤਮਾ, ਤੇਰੇ ਅੰਦਰ ਦੇ ਫੁਰਨੇ ਤੈਨੂੰ ਨਾ ਖਾਣ। ਤੇ ਮਹਾਰਾਜ ਇਹ ਅਪਰਸ਼ ਕਾਇਆ ਕਿਵੇਂ ਰਹੇ? ਹੁਣ ਸਵਾਲ ਹੈ ਕੁਵਾਰੀ ਕਾਇਆ ਜੁਗਤ ਕਿਵੇਂ ਬਣੇ? ਤੇ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਮਿਥਿਆ ਨਾਹੀ ਰਸਨਾ ਪਰਸ। ਦੇਖ ਕਿਵੇਂ ਬਣਦੀ ਹੈ ਕੁਵਾਰੀ ਕਾਇਆ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਜੇ ਤੇਰੀ ਜ਼ਬਾਨ ਤੇ ਝੂਠ ਟੱਚ ਨਾ ਕਰੇ ਤੇ ਸੱਚ ਜਾਣੀ ਵਾਕਈ ਜੀਭ ਜਿਹੜੀ ਏ ਇਹ ਅਪਰਸ ਹੈ। ਹਜ਼ੂਰ ਕਹਿਣ ਲੱਗੇ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰਿਆ ਰੂਪ ਨਾ पेखै नेत्र साध की सैड तैल संत संगेत, कर न सुनै कहूं कि निंदा सब ते जाने, आपस को मंदा गुर प्रसाद बिकिया प्रहरै, मन की बासना मन ते करे इंद्री जित, पंच दोख ते रहत, नानक कोट मधे को ऐसा अपरस। ਇਹੋ ਜਿਹਾ ਬਣ ਜੇ ਕਾਇਆ ਨੂੰ ਰੱਖ ਸਕਨੇ ਤਾਂ। ਸਾਹਿਬ ਕਹਿਣ ਲੱਗੇ ਡੰਡਾ ਪ੍ਰਤੀਤ। ਹੁਣ ਡੰਡਾ ਦਾ ਅਰਥ ਬੈਰਾਗਣ ਵੀ ਕੀਤਾ ਜਾਂਦਾ, ਪਰ ਧਿਆਨ ਰੱਖਣਾ ਆਮ ਤੌਰ ਤੇ ਜੋਗੀ ਹੱਥ ਵੀ ਡੰਡਾ ਪਕੜ ਕੇ ਵੀ ਤੁਰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਰੱਬ ਲਈ ਤੇਰੇ ਅੰਦਰ ਪ੍ਰਤੀਤ ਨਹੀਂ, ਸਿਦਕ ਨਹੀਂ, ਜਿੰਨਾ ਮਰਜ਼ੀ ਡੰਡਾ ਚੁੱਕ ਕੇ ਤੁਰਿਆ ਫਿਰੇ ਉਹਦਾ ਲਾਭ ਕੋਈ ਨਹੀਂ। ਆਪਣੇ ਅੰਦਰ ਸਿਦਕ ਵਿਸ਼ਵਾਸ ਬਣਾ, ਪ੍ਰਤੀਤ ਤੋਂ ਬਿਨਾ ਗੁਰਮੁਖਾਂ ਕਦੀ ਸਾਈਂ ਦੇ ਦੀਦਾਰ ਨਹੀਂ। ਪ੍ਰਤੀਤ ਹੀ ਹੈ ਨਾ, ਪ੍ਰਤੀਤ ਵਾਲੇ ਦਾ ਬੇੜਾ ਪਾਰੇ। ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ, ਮਤ ਭੂਲ ਨਾ ਮਾਨੈ ਤੇਰੇ ਅੰਦਰ ਪ੍ਰੀ। ਪ੍ਰਤੀਤ ਹੋਵੇ, ਵਿਸ਼ਵਾਸ ਹੋਵੇ। ਹੁਣ ਸਾਰਿਆਂ ਨੂੰ ਪਤਾ ਹੀ ਹੈ ਆ ਕਿਹੜਾ ਜਿਹਨੂੰ ਪਤਾ ਨਹੀਂ ਵੀ ਕਿੱਕਰ ਨੂੰ ਕੰਡੇ ਲੱਗਦੇ ਨੇ ਮਠਿਆਈ ਨਹੀਂ ਲੱਗਦੀ। ਇੱਕ ਪ੍ਰਤੀਤ ਵਾਲਾ ਹੈ, ਸਿਦਕ ਵਾਲਾ ਹੈ, ਬੁੱਧੀ ਦੇ ਤਲ ਤੇ ਜੀਣ ਵਾਲਾ ਕਹਿੰਦਾ ਕਿੱਕਰ ਨੂੰ ਕੰਡੇ, ਤੇ ਸਿਦਕਵਾਨ ਕਹਿੰਦਾ ਜਿਹੜਾ ਆਪਣੇ ਮਤ ਦੇ ਤਲ ਤੇ ਜੀਂਦਾ ਵੀ ਕੇਵਲ ਕੰਡੇ, ਤੇ ਪ੍ਰਤੀਤ ਤੇ ਜੀਣ ਵਾਲਾ ਕਹਿੰਦਾ ਨਹੀਂ ਜੇ ਗੁਰੂ ਚਾਹੇ ਤਾਂ ਕੰਡਿਆਂ ਨੂੰ ਹੀ ਮਠਿਆਈ ਲੱਗ ਸਕਦੀ। ਕਹਿ ਲੱਗੇ ਡੰਡਾ ਪ੍ਰਤੀਤ ਦਾ ਰੱਖੀ, ਵਿਸ਼ਵਾਸ ਦਾ ਰੱਖੀ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ, ਸਗਲ ਜਮਾਤੀ, ਮਨ ਜੀਤੈ ਜਗ ਜੀਤ। ਹੁਣ ਇੱਥੇ ਜੋਗੀਆਂ ਦੇ 12 ਪੰਥ ਨੇ, ਤੇ ਜਿਹੜਾ ਆਈ ਪੰਥ ਹੈ ਨਾ ਇਹ ਸਭ ਤੋਂ ਸ਼੍ਰੋਮਣੀ ਹੈ। ਜਿਹੜਾ ਸਿਰੇ ਦਾ ਜੋਗੀ ਹੁੰਦਾ ਉਹ ਆਈ ਪੰਥੀ। ਇਹਨਾਂ ਕਿਹਾ ਬਾਬਾ ਨਾਨਕ ਜੀ ਤੂੰ ਆ ਲਿਬਾਸ ਧਾਰਨ ਕਰ, ਤੈਨੂੰ ਕਿਸੇ ਹੋਰ ਜਮਾਤ ਵੀ ਜਾਣ ਦੀ ਲੋੜ ਨਹੀਂ, ਤੂੰ ਸਿੱਧਾ ਆਈ ਪੰਥੀ, ਤੂੰ ਸਿੱਧਾ ਹੀ ਸਿੰਘ ਸਾਹਿਬ ਸਭ ਤੋਂ ਉੱਚਾ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ, ਆਈ ਪੰਥੀ ਸਗਲ ਜਮਾਤੀ। ਪਿਆਰੇ ਸਗਲ ਜਮਾਤੀ ਦਾ ਅਖਰੀ ਅਰਥ ਹੁੰਦਾ ਹੈ ਇੱਕ ਜਮਾਤ ਵਿੱਚ ਸਭ ਨੂੰ ਸਮਝਣਾ, ਇੱਕ ਬਰਾਬਰ ਜਾਣਨਾ। ਕਹਿਣ ਲੱਗੇ ਤੁਸੀਂ ਕੀ ਕਰਨਾ ਜਿਹੜੇ ਆਪਸ ਵਿੱਚ ਇੰਨਾ ਵਿਖਰੇਵਾ ਪਾ ਕੇ ਬੈਠੇ ਹੋ, ਮੇਰਾ ਆਹ ਪੰਥ ਇਹਦਾ ਆਹ ਪੰਥ, 12 ਤਾਂ ਤੁਹਾਡੇ ਵਿੱਚ ਵੰਡੀਆਂ ਪਈਆਂ ਨੇ, ਤੁਹਾਡਾ ਅੰਦਰ ਕਿਤੇ ਟਿਕ ਜਾਏਗਾ। ਆਈ ਪੰਥੀ ਸਗਲ ਜਮਾਤੀ, ਅਸਲ ਵਿੱਚ ਆਈ ਪੰਥ ਹੋਵੇ ਜਿਹੜਾ ਰੱਬ ਦੀ ਬਣਾਈ ਸ੍ਰਿਸ਼ਟੀ ਨੂੰ ਇੱਕ ਬਰਾਬਰ ਜਾਣਦਾ, ਵਖਰੇਵਾ ਨਹੀਂ। ਆਈ ਪੰਥੀ ਸਗਲ ਜਮਾਤੀ। ਤੇ ਬਾਕੀ ਤੁਸੀਂ ਕਹਿੰਦੇ ਹੋ ਦੁਨੀਆ ਜਿੱਤਣੀ ਹੈ, ਕਹਿ ਲੱਗੇ ਦੁਨੀਆ ਨਾ ਜਿੱਤੋ, ਮਨ ਜੀਤੈ ਜਗ ਜੀਤ। ਜਿੱਦਣ ਮਨ ਨੂੰ ਜਿੱਤ ਲਿਆ ਉਦੋਂ ਦੁਨੀਆ ਜਿੱਤ ਲਓਗੇ। ਅਜੇ ਤੱਕ ਤਾਂ ਤੁਹਾਡਾ ਮਨ ਨਹੀਂ ਜਿੱਤਿਆ ਗਿਆ ਤੇ ਦੁਨੀਆ ਨੂੰ ਕਿੱਥੇ ਜਿੱਤਣਾ। ਤੇ ਮਨ ਨੂੰ ਜਿੱਤਣਾ ਸਾਹਿਬ ਕਹਿੰਦੇ ਨੇ ਸਾਰੀ ਖੇਡ ਪਰਮਾਰਥ ਵਿੱਚ ਮਨ ਦੀ ਏ। ਸ਼ਾਇਦ ਤੇ ਅਰਜ਼ ਕੀਤੀ ਹੋਵੇ ਭਾਈ ਗੁਰਦਾਸ ਨੇ ਨਾ
दो शब्द चुने ने, एक मन ते एक मन। आप पेंडू इलाके विच वेंदे आए हो, ਆਪਾਂ ਜਦੋਂ ਵੇਟ ਕਰਦੇ ਸਾਂ ਤੇ ਸ਼ਬਦ ਮਨ ਵਰਤਣਾ, ਇੰਨੇ ਮਨ ਦਾਣੇ। ਉਸ ਮਨ ਵਿੱਚ 8 ਪੰਸੇਰੀਆਂ ਹੁੰਦੀਆਂ ਸਨ ਤੇ ਤਾਂ ਮਨ ਬਣਦਾ ਸੀ। 40 ਸ਼ੇਰ ਉਹਨੇ ਤਾਂ ਮਨ ਬਣਨਾ, ਤੇ 100 ਤੇ 60 ਪਾਈਏ ਹੋਣ ਤੇ ਤਾਂ ਮਨ ਬਣਦਾ ਸੀ। ਤੇ ਭਾਈ ਗੁਰਦਾਸ ਨੇ ਕਿਹਾ ਮਨ ਨੂੰ ਜਿਤਨਾ ਮੇਰੇ ਦਾਤਾ ਬਾਬਾ ਬੜਾ ਮੁਸ਼ਕਲ। कहने लगे खगपत परबल पराक्रमी परमहंस चातुर चतुर्मुख चंचला चपल है। ये मन की परिभाषा दी। खगपत, खग का खरी अर्थ हुंदा पंछी, पतदार ते पति राजा, पंछियां दा राजा गरुड़ मने ते गरुड़ की उडारी सब तो तेज कहंदे ने। ते भाई गुरदास कहन लगे हे गरुड़ पंछी, ठीक है लोग तेनू बड़ा तेज उडण वाला कहंदे ने, पर वैगुरु आ जिहड़ा साडा मन है ये गरुड़ नालों भी कई गुणा तेज ज्यादा जाता है। खगपत परबल पराक्रमी परमहंस, बड़ी ताकत वाला है, जे किते सूझवान हो जाए तो परमहंस भी बन जाता है। चातुर, इहदे तो वध सियाणा कोई नहीं। चतुर्मुख, कहन लगे मनुख तां केवल एक पासे देख सकता है, जे सामने देखदा है ते पिछे नहीं। ये मन इन्ना चंचल है, एक खिन विच 4 चफेरे चेहरा घुमा के सब कुछ देख लेंदा। सारे पुरने इकट्ठे ने। चातुर चतुर्मुख चंचला चपल है। भुज बली, कह लगे तेरिया बाहां बड़ियां तेज ने। भुज बली अष्टभुजा, हुण 8 पंसेरियां होण ते एक मन बनदा है। कह लगे उथे 8 पंसेरियां 8-5 किलो तां मन, इस मन दियां मेरे दाता जिवें 8 बाहां ने तेज। भुज बली अष्टभुजा, जाके 40 कर, उथे 40 किलो होण तां मन बनदा है। कह लगे एदियां 8 बाहां ने ते एक बाह नूं 5-5 हथ लगे ने, इस मन दे 40 हथ ने। भुज बली अष्टभुजा, जाके 40 कर 160 पाऊं। हुण उथे इहदे अर्थ 2 करने ने, एक पाओ ते एक पाऊं। जदों पाठ करना पाओ, पाओ दर से पाइए 160 पाइए होण तां एक मन बनदा है वेट वाला। ते कहन लगे दाता उथे जाके 40 कर 160 पाऊं, इथे पाऊं दर्द करांगे पैर। उथे मन दे 160 पाइए होण तां मन बनदा है, ते इस साडे मन दे 160 पैर ने। 2 पैर नहीं टिकण देंदे, ते जिहदे 160 पैर ने वो किते मन टिक जाओ। कहन लगे मेरे दाता 160 पाउं चाल चला चल है, दिन रात चलता, पर किवें करिए मन नूं काबू। वैराग शतक भरथरी ने लिखे ते उहदे विच उहने एक पंक्ति लिखी, उहदा भाष टीका कीता पंडित हरदयाल ने। वो कहंदा मन रिप जीते सब रिप जीते। जदों पढ़िया वैराग शतक मैं तो दूजी वारी फिर पंक्ति आ गई, मन रिप जीते सब रिप जीते। हुण अर्थ बड़े फर्क पै गया, उच्चारण इको है, लिखण विच इको है। मन रिप जीते सब रिप जीते। रिप दा आखरी अर्थ हुंदा दुश्मन। मन रिप जीते, जीते दा अर्थ पहला है जीना। कह लगे मन रिप जीते, जे तेरा मन दुश्मन जिउंदा है ना, ते चेते रखी सब रिप जीते, बाकी दुश्मन मरदे कदी नहीं, वो इहदे नाल ही जिंदे रहिंदे ने। मन रिप जीते सब रिप जीते, सारे जिउंदे ने। ते उहने नाल फिर अगली तुक यही लिख दित्ती, कहन लगा मन रिप जीते सब रिप जीते। जिद्दन मन दुश्मन नूं जित लिया, दूजियां नूं जितन दी लोड़ नहीं, वो अपने आप ही जिते जांदे ने। साहब बाबा कबीर ने इस मन नूं जितन दा एक ढंग दिता है गुरु ग्रंथ साहिब दे भैरो राग विच। उन्हां दा बचन हुंदा काम किवारी दुख सुख दरवानी मन जीता जगजीत। काम किवारी दुख सुख दरवानी पाप पुन दरवाजा क्रोध प्रधान महाबंड दुंदर तै मन मावासी राजा। कह लगे शरीर एक किला है ते जिथे मन बैठा ओदे अगे पहला पहरेदार किन्ने कु ने। साहब सच्चे पातशाह जी दी अमृत बाणी कह लगे काम किवारी, जिहड़ा काम है वह इन्हां दरवाजियां दा मालक है। दुख सुख दरवानी, दुख ते सुख जिहड़े ने दरवाजा खोलण वाले ने। कह लगे पाप पुन दरवाजा
ਜਿਹੜਾ ਪੁੰਨ ਤੇ ਪਾਪ, ਇਹ ਦਰਵਾਜ਼ੇ ਆ ਜਿਹੜੀ ਆਪਾਂ ਲੱਕੜ ਦੇ ਭੇਟ ਲਾਏ ਨੇ। ਸਾਹਿਬ ਨੇ ਤਿੰਨਾਂ ਦੀ ਗੱਲ ਕੀਤੀ। ਹੁਣ ਆਪਾਂ ਪਹਿਲਾਂ ਤੱਕਦੇ ਸਾਂ, ਇਹ ਹਿੰਦੁਸਤਾਨ ਵਿੱਚ ਅੱਜ ਵੀ ਹੈ ਕਿ ਜਦੋਂ ਕਿਸੇ ਨੇ ਕਿਸੇ ਆਫਿਸ ਵੀ ਜਾਣਾ ਜਾਂ ਸਰਕਾਰੀ ਇਮਾਰਤ ਵੀ ਜਾਣਾ ਤੇ ਉਹਦੇ ਸਾਹਮਣੇ ਪਹਿਲਾਂ ਛੋਟੇ ਜਿਹੇ ਕੋਠੇ ਵਿੱਚ ਇੱਕ ਬੈਠਾ ਹੈ, ਉਸ ਗੇਟ ਜਿਹਦੇ ਹੁਕਮ ਨਾਲ ਉਹ ਖੁੱਲਦਾ, ਸਿਕਿਉਰਿਟੀ ਗਾਰਡ ਆਪਾਂ ਕਹਿ ਦਿੰਦੇ, ਤੇ ਇੱਕ ਖਲੋਤਾ ਹੁੰਦਾ ਜਿੰਨੇ ਹੁਕਮ ਨੂੰ ਮੰਨ ਕੇ ਦਰਵਾਜ਼ਾ ਖੋਲਣਾ। ਤੇ ਇੱਕ ਦਰਵਾਜ਼ਾ ਤਿੰਨ ਨੇ, ਇੱਕ ਦਰਵਾਜ਼ਾ ਜਿਹੜਾ ਹੈ ਲੱਕੜ ਦਾ, ਦੂਸਰਾ ਖੋਲਣ ਵਾਲਾ, ਤੇ ਤੀਜਾ ਜਿਹਦੇ ਹੁਕਮ ਨਾਲ ਖੁੱਲਣਾ। ਕਹਿਣ ਲੱਗੇ ਦਾਤਾ ਮਨ ਨੂੰ ਕਿਵੇਂ ਜਿੱਤਾਂ? ਆ ਜਿਹੜੇ ਮੇਰੇ ਇੰਦਰੇ ਦਰਵਾਜ਼ੇ ਨੇ ਇਹਨਾਂ ਦਾ ਮਾਲਕ ਤਾਂ ਬਣਿਆ ਬੈਠਾ ਕਾਮ, ਕਾਮ ਦੇ ਇਸ਼ਾਰੇ ਨਾਲੇ ਖੁੱਲਦੇ ਨੇ ਤੇ ਇਹਨੂੰ ਖੋਲਣ ਵਾਲਾ ਦੁੱਖ ਤੇ ਸੁੱਖ। ਜਿੱਦਨ ਸੁੱਖ ਭੋਗਦਾ ਸੁੱਖ ਦੀ ਖਾਤਰ ਖੋਲਦੇ ਨੇ, ਭੋਗਣ ਤੋਂ ਬਾਅਦ ਫਿਰ ਦੁੱਖ ਮਾਣਦਾ। ਕਹਿਣ ਲੱਗੇ ਫਿਰ ਪਾਪ ਤੇ ਪੁੰਨ ਜਿਹੋ ਜਿਹੇ ਕਰਮ ਕਰਦਾ ਉਹ ਜੇ ਕਿਵਾੜ ਲੱਗੇ, ਕਾਮ ਕਿਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, क्रोध प्रधान महा बड़ दुंदर तै मन मावासी राजा। ते जिथे मन बैठा ए नाल क्रोध बैठा। फिर कह लगे करा की स्वाद सुना। आ जिहड़ा जीभ दा स्वाद है मन ने मानो अपने उत्ते संजो पाया। टोप ममता को मन ने माया दी ममता दा टोप पाया। कबुद्ध कमान चढ़ाई तिशना तीर रह घट भीतर इऊं गढ़ लिया न जाई। इस मन कोल तृष्णा दे तीर ने कबुद्ध दी कमान किवें जिता। हुण गुरमत ने एक तरीका दस्या। कहन लगे अपने आप ना जाई मन नेड़े। प्रेम पलीता सुरत हवाई गोला ज्ञान चलाया। सतगुरु तो प्रेम दा पलीता है। पुराने समय तोप दा गोला पलीते नाल दागिया जांदा सी। प्रेम नू पलीता बना ते सुरत दी तोप बना। ते जेड़ा सतगुरु ने शब्द दा ज्ञान बख्शिया, जिथे गुरु दा बख्शिया ज्ञान है सच जानी उथे कोई दुश्मन टेक नहीं सकना। प्रेम पलेता सुरत हवाई गोला ज्ञान चलाया। ब्रह्म अगन सहजे पर जाली। ब्रह्म अग्नि नाल इस पलीते नू तुखाई। ब्रह्म अगन सहजे पर जाली। एक है चोट सजाया। एक गोले दे नाल ही मन दा किला टुट जाना। पर शर्त तेरे कोल प्रेम होवे, सुरत तेरे कोल होवे। सत संतोख लो लरने लागा। तोरे दोए दरवाजा पर किवें मन आया काबू। साध संगत और गुर की कृपा ते पकड़ियो गढ़ को राजा। साहब कह लगे आई पंथी सगल जमाती। मन जीता जगजीत। ते जिदन मन जित लेगा फिर साहब कहंदे ने जे तू मेरा होए रहे सब जग तेरा होए जग जीत। अखीर ते कह लगे आदेश। ये आपस विच मिलदे सन ना ते कहंदे सन आदेश नाथ नू। कहन लगे नाथ नू मैं आदेश नहीं कहना। सतगुरु ने ते हर कर्म विच सिख नू रब नाल जोड़े। जे आपस नू मिलदे ने तां भी फतेह बुलाने आ ना कि वाहिगुरु जी का खालसा वाहिगुरु जी की फतेह। उथे भी गल वाहिगुरु दी कीती। कह लगे जी आदेश कहो नाथ नू। कह लगे नहीं आदेश मैं नमस्कार करना वा। तिस है आदेश उस नू करना वा। वो कहंदे ने उस नू कोई होर नाथ है। कह लगे नहीं आद उस नू आदेश करना जिहड़ा सब दा आद है मुढ़ है। अनील आद अनील। अनील दा अर्थ हुंदा पवित्र कलंक तो रहत जिहदे ते कोई दोष नहीं। कह लगे तुहाडे नाथ नू आदेश नहीं ना नमस्कार करना ओनू जिहड़ा सब दा मुढ़ है। अनील जिहड़ा पवित्र है। फिर कह लगे अनाद पर जिदा अपना मुढ़ कोई नहीं। ओदा आद किसे नहीं लभ्या। आद अनील अनाद अनाहत। अनाहत दो शब्द ने। एक हत हत दा अर्थ हुंदा हत्या करनी मारना। अनाहत अनाहत दा अर्थ है जिन्हों कदी किसी ने कतल नहीं कर सकना। अविनाशी शब्द अनाहत भी आउंदा है। उथे भी अरसे एक रस। कह लगे मैं ओनू आदेश कहना जिहड़ा सब दा मोढे पर जिहड़ा पवित्र है। अपना ओदा मुढ़ किसी ने लभ्या नहीं। अनाथ जिदी कोई हत्या नहीं कर सकता। कह लगे जोग जुग एको वेश जिहड़ा हर एक जुग विच सदा रहण वाला है जिहदा इको जिहा वेश है। मैं ओनू नमस्कार करना जोगी राज
ਤੁਸੀਂ ਇਹ ਬਾਹਰ ਦੇ ਚਿੰਨ੍ਹ ਛੱਡ ਕੇ ਇਹਨਾਂ ਗੁਣਾਂ ਨੂੰ ਧਾਰਨ ਕਰ ਲਓ ਤੇ ਮਨ ਜਿੱਤਿਆ ਜਾ ਸਕਦਾ ਹੈ। ਉਸ ਤਰ੍ਹਾਂ ਨਹੀਂ, ਗੁਰੂ ਬਖਸ਼ਿਸ਼ ਕਰੇ। ਕੱਲ ਨੂੰ ਅੱਗੇ ਫਿਰ ਇਹਨਾਂ ਦੇ ਭੰਡਾਰੇ ਦੀ ਗੱਲ ਚੱਲਣੀ ਹੈ, ਜੋ ਕੁਝ ਇਹ ਖਾਂਦੇ ਨੇ, ਫਿਰ ਇਹਨਾਂ ਦੇ ਨਾਦ ਦੀ ਗੱਲ ਚੱਲਣੀ ਹੈ। ਉਹ ਆਪਾਂ ਕੱਲ ਦੇ ਪਵਿੱਤਰ ਪੌੜੀ ਵਿੱਚ ਵਿਚਾਰਾਂਗੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਆਪ ਕਿਰਪਾ ਕਰਕੇ ਬਖਸ਼ ਦਿਆ ਜੇ ਬਖਸ਼ਣ ਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ